ਬਾਬਾ ਰਜਬ ਅਲੀ ਹੁਣਾਂ ਦੀਆਂ ਬਹੁਤ ਮਸ਼ਹੂਰ ਲਾਈਨਾਂ ਕਿ ਜਦ ਵੀ ਜ਼ੁਲਮ ਸਿੱਖਾਂ ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ। ਕੋਈ ਉਹ ਰਿਪੋਰਟਰ ਜਾਂ ਜਰਨਲਿਸਟ ਕੌਣ ਨੇ ਮੈਂ ਨਹੀਂ ਜਾਣਦਾ, ਪਰ ਉਹ ਕਹਿ ਰਹੇ ਸੀ ਕਿ ਸ਼ਹੀਦ ਬੇਵਕੂਫ ਕੌਮਾਂ ਦੇ ਵਿੱਚ ਪੈਦਾ ਹੁੰਦੇ ਨੇ। ਤੇ ਮੈਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਹੁਣਾਂ ਦੀਆਂ ਉਹ ਲਾਈਨਾਂ ਤੋਂ ਕਹਿੰਦੇ ਕਿ ਜਦੋਂ ਗੁਰੂ ਕੋਲ ਦਾ ਜਿਹੜੀ ਸਭ ਤੋਂ ਵੱਡੀ ਦਾਤ ਆ ਨਾ, ਉਹ ਦੁੱਧ ਦੀ ਨਹੀਂ, ਉਹ ਪੁੱਤ ਦੀ ਨਹੀਂ ਆ। ਜੇ ਗੁਰੂ ਕੋਲੋਂ ਦਾਤ ਮੰਗਣੀ ਆ ਤਾਂ ਉਹ ਸ਼ਹੀਦੀ ਦੀ ਮੰਗੋ। ਸੋ ਅੱਜ ਦੀ ਜਿਹੜੀ ਤਵਾਰੀਖ ਦੀ ਜਿਹੜੀ ਗੱਲਬਾਤ ਆ, ਅਸੀਂ ਉਸ ਤਵਾਰੀਖ ਤੇ ਅੱਜ ਉਸ ਤਰੀਕ ਦੀ ਉਹ ਗੱਲ ਕਰਾਂਗੇ। ਅਕਤੂਬਰ 31 ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਿਹੜਾ ਆ ਸਰਦਾਰ ਬਿਆਨ ਸਿੰਘ ਤੇ ਸਰਦਾਰ ਸਤਵੰਤ ਸਿੰਘ ਹੁਣਾਂ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਕਿ ਭਾਰਤ ਦੀ ਉਹ ਪ੍ਰਧਾਨ ਮੰਤਰੀ ਸੀ, ਪਰ ਉਸੇ ਪ੍ਰਧਾਨ ਮੰਤਰੀ ਨੇ ਸਿੱਖਾਂ ਨੂੰ ਮੁਕਾਉਣ ਲਈ ਆਪਣਾ ਪੂਰਾ ਵਾਹ ਲਗਾਤਾ ਸੀ ਇੱਕ ਸਮੇਂ ਦੇ ਵਿੱਚ। ਜਿਸ ਤਰੀਕੇ ਦੀਆਂ, ਖੈਰ ਆਪਾਂ ਉਸ ਸਮੇਂ ਦੇ ਵਿੱਚ ਤਾਂ ਬਹੁਤ ਛੋਟੇ ਸੀ, ਪਰ ਜਿਸ ਤਰੀਕੇ ਦੀਆਂ ਉਹ ਤਸਵੀਰਾਂ ਸੀ ਉਹ ਵੇਖ ਕੇ ਮੈਨੂੰ ਲੱਗਦਾ ਕਿ ਹਰੇਕ ਸਿੱਖ ਦਾ ਜਿਹੜਾ ਆ ਉਹ ਹਿਰਦਾ ਵਲੂੰਦਰਿਆ ਜਾਂਦਾ ਹੈ। ਹੁਣ 41 ਸਾਲ ਹੋ ਗਏ, 2025 ਚੱਲ ਰਿਹਾ ਹੈ, 41 ਸਾਲ ਹੋ ਗਏ। ਕਿਹਾ ਤਾਂ ਜਾਂਦਾ ਕਿ ਸਿੱਖਾਂ ਨੂੰ ਐਸਟੈਬਲਿਸ਼ਮੈਂਟ ਵੱਲੋਂ ਆਸ ਰੱਖਣੀ ਚਾਹੀਦੀ ਹੈ। ਸੋ ਜੇਕਰ ਤੁਸੀਂ ਭਾਰਤ ਦੇ ਨਾਲ ਰਲ ਕੇ ਚੱਲਦੇ ਹੋ, ਫਿਰ ਤਾਂ ਤੁਹਾਨੂੰ ਸਿਸਟਮ ਤੋਂ ਆਸ ਰੱਖਣੀ ਚਾਹੀਦੀ ਹੈ ਕਿ ਸ਼ਾਇਦ ਤੁਹਾਨੂੰ ਉੱਥੋਂ ਕੋਈ ਇਨਸਾਫ ਮਿਲੇਗਾ। ਬਿਲਕੁਲ। ਪਰ ਜੇਕਰ ਤੁਸੀਂ ਇੰਡੀਪੈਂਡੈਂਟ ਸੋਚ ਦੇ ਮਾਲਕ ਹੋ, ਦ ਸਿੰਘ ਟਾਕਸ ਦੇ ਅੱਜ ਦੇ ਪੋਡਕਾਸਟ 'ਚ ਤੁਹਾਡਾ ਸਵਾਗਤ। ਮੈਂ ਹਾਂ ਗੁਰਦੇਵ ਸਿੰਘ ਸਿੱਧੂ ਅਤੇ ਮੇਰੇ ਨਾਲ ਮੇਰਾ ਵੀਰ ਗੁਰਸੇਵਕ ਸਿੰਘ। ਜਦ ਵੀ ਜ਼ੁਲਮ ਸਿੱਖਾਂ 'ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ। ਬਾਬਾ ਰਜਬ ਅਲੀ ਦੀਆਂ ਇਹ ਲਾਈਨਾਂ ਸਿੰਘਾਂ ਨੇ ਵਾਰ-ਵਾਰ ਸੱਚ ਕਰਕੇ ਵਿਖਾਈਆਂ। ਅਤੇ ਮੈਂ ਇਹਨਾਂ ਲਾਈਨਾਂ ਦਾ ਜ਼ਿਕਰ ਕਿਉਂ ਕੀਤਾ, ਇਹ ਤੁਹਾਨੂੰ ਅੱਗੇ ਪ੍ਰੋਗਰਾਮ ਜਾ ਕੇ ਪਤਾ ਲੱਗੂਗਾ। ਪਰ ਉਸ ਤੋਂ ਪਹਿਲਾਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਹਾਲ ਚਾਲ? ਹਾਲ ਚਾਲ ਬਹੁਤ ਵਧੀਆ। ਜਿਹੜਾ ਹੁਣ ਬ੍ਰਿਸਬਨ ਦਾ ਮੌਸਮ ਬਣਿਆ ਹੋਇਆ ਸੀਗਾ ਪਿਛਲੇ ਕੁਝ ਕੁ ਹਫ਼ਤੇ, ਸੋ ਮੀਂਹ ਨੇ ਜੂੰਝਿਆਂ 'ਚ ਕਰਤੇ। ਬਿਲਕੁਲ, ਕਿਉਂਕਿ ਗਰਮੀ ਕਾਫੀ ਹੋ ਗਈ ਇੱਕਦਮ। ਕਾਫੀ ਮੌਸਮ ਜਿਹੜਾ ਆ ਪਿਛਲੇ ਸਾਲਾਂ ਨਾਲ ਤਬਦੀਲੀ ਕਾਫੀ ਆਉਣ ਲੱਗ ਪਈ ਉਹਦੇ ਵਿੱਚ। ਜੀ। ਜਿੰਨੀ ਵਾਰ ਵੀ ਗਰਮੀ ਆਉਂਦੀ ਆ ਜਾਂ ਫਿਰ ਸਿਆਲ ਚੜ੍ਹਦਾ ਆ, ਅਸੀਂ ਆਹ ਡਾਇਲੋਗ ਜ਼ਰੂਰ ਬੋਲਦੇ ਹਾਂ ਕਿ ਪਿਛਲੀ ਵਾਰ ਨਾਲੋਂ ਗਰਮੀ ਕੁਝ ਜ਼ਿਆਦਾ ਆ। ਮੈਨੂੰ ਲੱਗਦਾ ਕਿ ਆਪਣਾ ਕੀ ਕਹਿੰਦੇ ਹੁੰਦੇ ਆ, ਇਨਸਾਨੀ ਫਿਤਰਤ ਇੱਕ ਆ ਕਿ ਪਿਛਲਾ ਆਪਾਂ ਭੁੱਲ ਜਾਂਦੇ ਆ ਜੀ, ਤੇ ਅਗਲਾ ਹਮੇਸ਼ਾ ਐਂ ਲੱਗਦਾ ਵੀ ਨਹੀਂ ਯਾਰ ਕੀ ਕੁਛ ਵੱਖਰਾ ਆ। ਤੁਸੀਂ ਇੱਕ ਖਬਰਾਂ 'ਚ ਵੀ ਦੇਖਦੇ ਹੋਵੋਗੇ ਕਿ ਅਖਬਾਰਾਂ ਦੇ ਵਿੱਚ ਹੁੰਦਾ ਨਾ ਕਿ ਪਿਛਲੇ 150 ਸਾਲ ਦਾ ਜਾਂ 100 ਸਾਲ ਦਾ ਰਿਕਾਰਡ ਟੁੱਟਿਆ। ਹਾਂ, ਰਿਕਾਰਡ ਟੁੱਟਿਆ। ਫਿਰ ਮੈਨੂੰ ਪਤਾ ਨਹੀਂ ਉਹ ਡਾਟਾ ਸੱਚੀ ਉਹ ਰੱਖਿਆ ਹੁੰਦਾ ਨਹੀਂ ਕੋਈ, ਪਰ ਕਿੱਥੋਂ ਕੱਢਦੇ ਆ। ਰਿਕਾਰਡ ਆਏ ਸਾਲ ਟੁੱਟਦੇ ਮੈਨੂੰ ਲੱਗਦਾ ਨਾ, ਜਿੱਦਾਂ ਤੁਸੀਂ ਗੱਲ ਕਰ ਰਹੇ ਕਿ ਜਦੋਂ ਮੌਸਮ ਬਦਲਦਾ ਉਦੋਂ ਆਪਾਂ ਨੂੰ ਐਂ ਲੱਗਦਾ ਕਿ ਨਹੀਂ ਐਰਕੀ ਕੁਝ ਜ਼ਿਆਦਾ ਆ ਜੀ। ਉਹੀ ਹਾਲ ਇੱਥੇ ਬ੍ਰਿਸਬੇਨ ਦੇ ਵਿੱਚ ਸੀ। ਡਿਪੈਂਡ ਕਰਦਾ ਤੁਸੀਂ ਜੋਬ ਕੀ ਕਰਦੇ ਆ। ਨਹੀਂ ਤਾਂ 40-41 ਤੱਕ ਡਿਗਰੀ ਤੱਕ ਟੈਂਪਰੇਚਰ ਚਲਾ ਗਿਆ ਸੀਗਾ। ਸੋ ਜਿਹੜੇ ਬਾਹਰ ਜੋਬ ਕਰਦੇ ਆ, ਸੋ ਉਹਨਾਂ ਲਈ ਤਾਂ ਬਹੁਤ ਹਾਰਡ ਸੀਗਾ। ਨਹੀਂ, ਬਹੁਤ ਵਾਕਈ ਬਹੁਤ ਹਾਰਡ ਸੀ, ਕਿਉਂਕਿ ਜ਼ਿਆਦਾਤਰ ਤਾਂ ਅਸੀਂ ਸਾਰੇ ਜਿਹੜੇ ਆ ਉਹ ਕਹਿ ਲਓ ਕਿ ਟਰੱਕਿੰਗ ਦੇ ਵਿੱਚ ਜਾਂ ਹੋਰ ਹਾਰਡ ਜੋਬਸ ਕਰਦੇ ਹਾਂ, ਜਿਹਦੇ ਵਿੱਚ ਕਾਫੀ ਮੁਸ਼ਕਿਲ ਆਈ। ਪਰ ਆਹ ਜਿਹੜਾ ਮੀਂਹ ਆ ਉਹਨੇ ਕਾਫੀ ਜਿਹੜਾ ਬਚਾਅ ਕੀਤਾ। ਚਲੋ ਖੈਰ, ਆਪਾਂ ਮੁੜੀਏ ਜੀ ਪ੍ਰੋਗਰਾਮ ਵੱਲ। ਅਤੇ ਬਾਬਾ, ਜਿੱਦਾਂ ਮੈਂ ਗੱਲ ਸ਼ੁਰੂ ਦੇ ਵਿੱਚ ਕੀਤੀ ਕਿ ਬਾਬਾ ਰਜਬ ਅਲੀ ਹੁਣਾਂ ਦੀਆਂ ਬਹੁਤ ਮਸ਼ਹੂਰ ਲਾਈਨਾਂ ਕਿ ਜਦ ਵੀ ਜ਼ੁਲਮ ਸਿੱਖਾਂ 'ਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ। ਮੈਂ ਚਾਹੁੰਦਾ ਕਿ ਇਹਦੇ ਵਿਸਥਾਰ ਥੋੜ੍ਹਾ ਜਿਹਾ ਤੁਸੀਂ ਦਿਓ ਕਿ ਆਪਾਂ ਇਹ ਲਾਈਨਾਂ ਦਾ ਜ਼ਿਕਰ ਕਿਉਂ ਕਰ ਰਹੇ ਹਾਂ। ਲਾਈਨਾਂ ਦਾ ਜ਼ਿਕਰ ਜੇਕਰ ਦੇਖਿਆ ਜਾਵੇ, ਹਰ ਵਾਰ ਮੈਂ ਹੁੰਦਾ ਕਿ ਇੱਕੋ ਗੱਲ ਆਪਾਂ ਦੁਹਰਾਉਂਦੇ ਹਾਂ ਕਿ ਜਦੋਂ ਦੀ ਸਿੱਖ ਕੌਮ ਹੋਂਦ ਦੇ ਵਿੱਚ ਆਈ ਆ, ਉਦੋਂ ਤੋਂ ਹੀ ਜ਼ੁਲਮ ਦਾ ਸਫ਼ਰ ਨਾਲ ਚੱਲਦਾ ਆਇਆ। ਕਿਉਂਕਿ ਸੱਚ ਨੂੰ ਸੱਚ ਕਹਿਣਾ ਕਿਸੇ ਦੇ ਹਿੱਸੇ ਆਉਂਦਾ ਆ। ਮੈਨੂੰ ਇੱਥੇ ਇੱਕ ਗੱਲ ਚੇਤੇ ਆ ਗਈ, ਉਹ ਕਰਨੀ ਬਣਦੀ ਆ। ਮੈਂ ਪਿੱਛੇ ਜਿਹੇ ਇੱਕ ਵੀਡੀਓ ਦੇਖ ਰਿਹਾ ਸੀਗਾ, ਕੋਈ ਉਹ ਰਿਪੋਰਟਰ ਜਾਂ ਜਰਨਲਿਸਟ ਕੌਣ ਨੇ ਮੈਂ ਨਹੀਂ ਜਾਣਦਾ, ਪਰ ਉਹ ਕਹਿ ਰਹੇ ਸੀ ਕਿ ਸ਼ਹੀਦ ਬੇਵਕੂਫ ਕੌਮਾਂ ਦੇ ਵਿੱਚ ਪੈਦਾ ਹੁੰਦੇ ਨੇ। ਅੱਛਾ। ਸੋ ਉਹਨਾਂ ਦਾ ਪੱਖ ਸੀ, ਉਹਨਾਂ ਦਾ ਸੋਚਣ ਦਾ ਨਜ਼ਰੀਆ ਸੀ। ਸੋ ਅਸੀਂ ਉਸ ਗੱਲ ਨਾਲ ਸਹਿਮਤ ਨਹੀਂ। ਕਿਸੇ ਵੀ ਹੱਦ ਤੱਕ ਹੁੰਦਾ ਕਿ ਅਸੀਂ ਪੂਰਨ ਤੌਰ 'ਤੇ ਉਸ ਗੱਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਸਿੱਖੀ ਦਾ ਜਿਹੜਾ ਸਫ਼ਰ ਆ, ਸ਼ਹੀਦੀ ਪਾ ਜਾਣਾ, ਬਹੁਤ ਵੱਡਾ ਮੁਕਾਮ ਸਿੱਖੀ ਦੇ ਵਿੱਚ ਮੰਨਿਆ ਜਾਂਦਾ
ਜਾਂਦਾ ਆ। ਸੋ ਜਿਹੜੀ ਜ਼ੁਲਮ ਦੀ ਤੁਸੀਂ ਗੱਲ ਕਰਦੇ ਹੋ, ਜਦੋਂ ਤੋਂ ਸਿੱਖੀ ਹੋਂਦ ਦੇ ਵਿੱਚ ਆਈ ਆ ਉਦੋਂ ਤੋਂ ਹੀ ਜ਼ੁਲਮ ਦੀ ਵੀ ਸਫ਼ਰ ਨਾਲ ਦੀ ਨਾਲ ਚੱਲਦਾ ਆਉਂਦਾ ਆ। ਬੇਸ਼ੱਕ ਗੁਰੂ ਨਾਨਕ ਦੇਵ ਜੀ ਜੇਲ੍ਹ ਦੇ ਵਿੱਚ ਜਾਂਦੇ ਆ, ਉਸ ਤੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ, ਠੀਕ ਹੈ ਜੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਆ। ਸੋ ਜਿੰਨੀਆਂ ਵੀ ਸ਼ਹਾਦਤਾਂ ਹੁੰਦੀਆਂ ਨੇ ਜਾਂ ਜੰਗਾਂ ਲੜਨੀਆਂ ਪੈਂਦੀਆਂ ਨੇ ਜਾਂ ਗੁਰੂ ਕਾਲ ਤੋਂ ਬਾਅਦ ਸਿੰਘਾਂ ਦੇ ਉੱਤੇ ਤਸੱਦਦ ਹੁੰਦੇ ਨੇ, ਸੋ ਉਹ ਸਾਰੇ ਜ਼ੁਲਮ ਨੂੰ ਦੇਖਦੇ ਦੇਖਦੇ ਅਤੇ ਉਸ ਜ਼ੁਲਮ 'ਚੋਂ ਨਿਕਲ ਕੇ ਜਿੰਨੀ ਵਾਰ ਮੌਕਾ ਮਿਲਦਾ ਨਿਕਲਣ ਦਾ, ਅਤੇ ਸਿੰਘ ਇੱਕ ਮੁਕਾਮ ਹਰ ਵਾਰ ਹਾਸਲ ਕਰਦੇ ਨੇ। ਬਿਲਕੁਲ। ਤੁਸੀਂ ਨਾ ਇੱਕ ਬਹੁਤ ਜਿਹੜੀ ਆ ਸ਼ਹੀਦੀ ਦੀ ਗੱਲ ਕੀਤੀ, ਅਤੇ ਮੈਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਹੋਣਾ ਦੀਆਂ ਉਹ ਲਾਈਨਾਂ ਤੁਹਾਨੂੰ ਵੀ ਯਾਦ ਹੋਣੀਆਂ, ਸਪੀਚ ਜਿਹੜੀ ਉਹਨਾਂ ਕਨੇਡਾ ਦੇ ਵਿੱਚ ਦਿੱਤੀ ਸੀ। ਉਹਦੇ ਵਿੱਚ ਉਹਨਾਂ ਨੇ ਬਹੁਤ ਸੋਹਣੀ ਇੱਕ ਗੱਲ ਕਹੀ, ਕਹਿੰਦੇ ਕਿ ਜਦੋਂ ਗੁਰੂ ਕੋਲ ਦਾ ਜਿਹੜੀ ਸਭ ਤੋਂ ਵੱਡੀ ਦਾਤ ਆ ਨਾ, ਉਹ ਦੁੱਧ ਦੀ ਨਹੀਂ, ਉਹ ਪੁੱਤ ਦੀ ਨਹੀਂ ਆ। ਜੇ ਗੁਰੂ ਕੋਲੋਂ ਦਾਤ ਮੰਗਣੀ ਆ ਤਾਂ ਉਹ ਸ਼ਹੀਦੀ ਦੀ ਮੰਗੋ, ਕਿ ਮੇਰੇ ਜਿਹੜੀ ਸੀਸ ਆ ਉਹ ਕੌਮ ਦੇ ਲੇਖੇ ਲੱਗ ਜੇ। ਅਤੇ ਖੈਰ ਜੋ ਉਹਨਾਂ ਨੇ ਕਿਹਾ ਉਹ ਕਰਕੇ ਵੀ ਵਿਖਾਇਆ, ਉਹ ਪੂਰੀ ਤਰ੍ਹਾਂ ਉਹਨਾਂ ਦਾ ਜੀਵਨ ਜਿਹੜਾ ਉਹ ਪ੍ਰਤੱਖ ਉਹਨਾਂ ਨੇ ਕਰਕੇ ਵਿਖਾਇਆ ਉਸ ਦੇ ਤਰੀਕੇ ਨਾਲ। ਖੈਰ ਜਿਹੜੇ ਜਰਨਲਿਸਟ ਦੀ ਤੁਸੀਂ ਗੱਲ ਕਰ ਰਹੇ ਹੋ, ਹਰੇਕ ਦੀ ਆਪੋ ਆਪਣੀ ਸੋਚਣੀ ਆ, ਪਰ ਸਿੱਖੀ ਦੇ ਵਿੱਚ ਜਿਹੜਾ ਆ ਸ਼ਹੀਦਾਂ ਦਾ ਬਹੁਤ ਉੱਚਾ ਦਰਜਾ ਆ। ਅਤੇ ਖੈਰ ਕਿਉਂਕਿ ਦਰਜਾ ਹੁੰਦਾ ਹੀ ਉੱਚਾ ਆ, ਕਿਸੇ ਦੂਸਰੇ ਲਈ ਆਪਣੀ ਜਾਨ ਵਾਰ ਜਾਣਾ ਇਹ ਆਪਣੇ ਆਪ ਦੇ ਵਿੱਚ ਵੱਡਾ ਕਾਰਜ ਹੁੰਦਾ। ਬਿਲਕੁਲ। ਜਿਹੜੀ ਸ਼ਹੀਦਾਂ ਦੀ ਆਪਾਂ ਗੱਲ ਕਰਦੇ ਹਾਂ, ਇਸੇ ਤਰ੍ਹਾਂ ਜੇਕਰ ਗੱਲ ਕਰੀਏ ਹੁਣ ਦੀ ਹੁਕੂਮਤ ਦੀ, ਹੈ ਨਾ, ਬਹੁਤਾ ਪਿੱਛੇ ਨਾ ਜਾਈਏ, 40 ਸਾਲ 50 ਸਾਲ ਪਹਿਲੀਆਂ ਗੱਲਾਂ ਨੇ, ਜਦੋਂ ਅਸੀਂ ਪੋਸਟ ਇੰਡੀਪੈਂਡੈਂਸ ਕਹਿੰਦੇ ਕਿ ਭਾਰਤ ਆਜ਼ਾਦ ਹੋ ਗਿਆ। ਸੋ ਉਸ ਤੋਂ ਬਾਅਦ ਵੀ ਜੇਕਰ ਦੇਖਿਆ ਜਾਵੇ, ਹੈ ਨਾ, ਭਾਰਤ ਬੇਸ਼ੱਕ ਆਜ਼ਾਦ ਹੋ ਗਿਆ, ਇਹਨਾਂ ਦਾ ਕਹਿਣਾ ਕਿ ਸਿੱਖ ਭਾਰਤ ਦਾ ਹਿੱਸਾ ਨੇ, ਟੁੱਟ ਅੰਗ ਨੇ, ਪਰ ਉਸ ਤੋਂ ਬਾਅਦ ਵੀ ਜ਼ੁਲਮ ਕਿਤੇ ਵੀ ਠੱਲਿਆ ਨਹੀਂ। ਇਸੇ ਤਰ੍ਹਾਂ ਜ਼ੁਲਮ ਸਿੱਖਾਂ ਦੇ ਉੱਤੇ ਹੁੰਦਾ ਰਿਹਾ ਆ। ਸੋ ਅੱਜ ਦੀ ਜਿਹੜੀ ਤਵਾਰੀਖ ਦੀ ਜਿਹੜੀ ਗੱਲਬਾਤ ਆ, ਅਸੀਂ ਉਸ ਤਵਾਰੀਖ 'ਚ ਅੱਜ ਉਸ ਤਰੀਕ ਦੀ ਉਹ ਗੱਲ ਕਰਾਂਗੇ। ਅੱਜ ਤਰੀਕ ਬਹੁਤ ਅਹਿਮ ਆ ਤੁਹਾਡਾ। ਮੈਂ ਬਿਲਕੁਲ ਅਕਤੂਬਰ 31 ਅਤੇ 31 ਅਕਤੂਬਰ ਜਿਹੜਾ ਆ ਉਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਮਤਲਬ ਕਹਿ ਲਓ ਕਿ ਤਰੀਕ ਆ, ਕਿਉਂਕਿ ਇਹਦੇ ਵਿੱਚ ਫਿਰ ਸਿੰਘਾਂ ਨੇ ਉਹ ਸੱਚ ਕਰਕੇ ਵਿਖਾਇਆ ਕਿ ਜਦ ਵੀ ਸਾਡੇ 'ਤੇ ਜ਼ੁਲਮ ਹੁੰਦਾ ਆ ਅਤੇ ਅਸੀਂ ਉਹਦਾ ਜਵਾਬ ਜਿਹੜਾ ਹੈ ਉਹ ਦੇਣਾ ਜਾਣਦੇ ਹਾਂ। ਐਜ਼ ਅ ਜਰਨਲਿਸਟ ਆਪਾਂ ਪੱਖ ਨਹੀਂ ਕੋਈ ਲੈ ਸਕਦੇ, ਆਪਾਂ ਗੱਲ ਦੋਨਾਂ ਪੱਖਾਂ ਦੀ ਕਰਾਂਗੇ। ਪਰ ਉਸ ਤਰੀਕ ਦੀ, ਕਿਉਂਕਿ 31 ਅਕਤੂਬਰ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਿਹੜਾ ਆ ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ ਹੋਣਾ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਬਿਲਕੁਲ ਤੁਸੀਂ ਬਹੁਤ ਸੋਹਣੀ ਗੱਲ ਕਹੀ ਆ ਕਿ ਕਿਸੇ ਦਾ ਇੱਕ ਪੱਖ ਨਹੀਂ ਲੈਣਾ। ਉਹ ਹੁੰਦਾ ਕਿ ਅਸੀਂ ਖਬਰ ਡਿਲੀਵਰ ਕਰਦੇ ਹਾਂ, ਖਬਰ ਡਿਲੀਵਰ ਕਰਨੀ ਨਿਰਪੱਖ ਹੋਣੀ ਚਾਹੀਦੀ ਆ, ਪਰ ਸਾਨੂੰ ਉਹ ਸਾਰੇ ਘਟਨਾਕ੍ਰਮ ਨੂੰ ਦੇਖਣਾ ਪਏਗਾ ਕਿ ਕਿਸ ਘਟਨਾਕ੍ਰਮ ਦੇ ਵਿੱਚੋਂ ਖਬਰ ਨਿਕਲ ਕੇ ਆਉਂਦੀ ਆ। ਅਤੇ ਸਬੱਬ ਬਹੁਤ ਸੋਹਣਾ ਆ, ਕਿਉਂਕਿ ਜਿਹੜੇ ਅਸੀਂ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਜਿਨ੍ਹਾਂ ਦੀ ਗੱਲ ਕਰਨੀ ਆ, ਸ਼ਾਇਦ ਤੁਹਾਨੂੰ ਨਹੀਂ ਪਤਾ ਅੱਜ ਕਿਹਨਾਂ ਦੀ ਗੱਲ ਕਰਾਂਗੇ, ਸੋ ਉਹਨਾਂ ਦੀ ਵੀ ਰੈਫਰੈਂਸ ਇਸ ਪ੍ਰੋਗਰਾਮ ਪਹਿਲੇ ਹਿੱਸੇ ਦੇ ਨਾਲ ਸੰਬੰਧਿਤ ਹੋਊਗੀ। ਦੱਸਿਆ ਇਹ ਸਾਨੂੰ ਪਤਾ ਲੱਗੇਗਾ ਕਿ ਜਿਹੜਾ ਇਤਿਹਾਸ ਆ ਉਹਦੇ ਵਿੱਚੋਂ ਸਾਨੂੰ ਕੀ ਸਿੱਖਣ ਨੂੰ ਮਿਲਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਉਹ ਪ੍ਰਧਾਨ ਮੰਤਰੀ ਸੀ, ਪਰ ਉਸੇ ਪ੍ਰਧਾਨ ਮੰਤਰੀ ਨੇ ਸਿੱਖਾਂ ਨੂੰ ਮੁਕਾਉਣ ਲਈ ਆਪਣਾ ਪੂਰਾ ਵਾਹ ਲਗਾਤਾ ਸੀ। ਇੱਕ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਜਾਣਾ, ਉਸ ਤੋਂ ਅੱਗੇ ਤਾਂ ਸਿੱਖਾਂ ਲਈ ਕੁਛ ਨਹੀਂ ਆ। ਬਿਲਕੁਲ। ਸੋ ਉੱਥੋਂ ਦੇ ਹਮਲੇ ਤੋਂ ਬਾਅਦ ਇਹੋ ਜਿਹਾ ਪ੍ਰਤੀਕਿਰਿਆ ਆਉਣੀ ਬਹੁਤ ਆਮ ਜਿਹੀ ਗੱਲ ਹੈ। ਬਿਲਕੁਲ। ਸਿੱਖਾਂ ਦਾ ਜਿਹੜਾ ਕਹਿ ਲਓ ਕਿ ਐਪੀ ਸੈਂਟਰ, ਸਿੱਖਾਂ ਦਾ ਤਖਤ ਅਕਾਲ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ, ਉਹਦੇ ਉੱਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਟੈਂਕਾਂ ਤੋਪਾਂ ਨਾਲ ਹਮਲਾ ਕੀਤੇ ਜਾਣਾ, ਗੋਲੀਆਂ, ਮਤਲਬ ਜਿਸ ਤਰੀਕੇ ਦੀਆਂ, ਖੈਰ ਆਪਾਂ ਉਸ ਸਮੇਂ ਦੇ ਵਿੱਚ ਤਾਂ ਬਹੁਤ ਛੋਟੇ ਸੀ, ਪਰ ਜਿਸ ਤਰੀਕੇ ਦੀਆਂ ਉਹ ਤਸਵੀਰਾਂ ਸੀ ਉਹ ਵੇਖ ਕੇ ਮੈਨੂੰ ਲੱਗਦਾ ਕਿ ਹਰੇਕ ਸਿੱਖ ਦਾ ਜਿਹੜਾ ਆ ਉਹ ਹਿਰਦਾ ਵਲੂੰਦਰਿਆ ਜਾਂਦਾ ਆ। ਪਰ ਜਿਹੜੇ ਸਿੱਖਾਂ ਨੇ ਉਹ ਪ੍ਰਤੱਖ ਵੇਖਿਆ ਹੋਊਗਾ, ਜਿਨ੍ਹਾਂ ਨੇ ਇਹ ਜਿਹੜਾ ਸਮਾਂ ਆਪਣੇ ਆਪ 'ਤੇ ਹੰਢਾਇਆ ਹੋਊਗਾ, ਉਹ ਮੈਨੂੰ ਲੱਗਦਾ ਕਿ ਇਸ ਜਿਹੜੇ ਘੱਲੂਘਾਰਾ ਵੀ ਕਹਿੰਦੇ ਆ, ਕਿਉਂਕਿ ਇਹ ਜਿਹੜਾ ਬਿਰਤਾਂਤ ਜੋ ਕੁਛ ਵੀ ਦੁਖਾਂਤ ਵਾਪਰਿਆ, ਇਹਦਾ ਜਿਹੜਾ ਦਰਦ ਆ ਉਹ ਮੈਨੂੰ ਲੱਗਦਾ ਉਹਨਾਂ ਤੋਂ ਵੱਧ ਕੋਈ ਨਹੀਂ ਬਿਆਨ ਕਰ ਸਕਦਾ। ਜੀ ਵੀਰੇ, ਗੱਲ ਇੱਦਾਂ ਆ ਜਾਂਦੀ ਨਾ ਕਿ ਦੇਖਣਾ ਪੈਂਦਾ ਕਿ ਸਰਕਾਰ ਦੀ ਐਸਟੈਬਲਿਸ਼ਮੈਂਟ ਦੀ ਕੀ ਨੀਤ ਕੀ ਆ। ਬਿਲਕੁਲ ਨਾ, ਉਹਦੀ ਨੀਤ ਜਦੋਂ ਕੌਮ ਨੂੰ ਮੁਕਾਉਣ ਦੀ ਹੋ ਜਾਵੇ ਤਾਂ ਉਹ ਘੱਲੂਘਾਰਾ ਹੀ ਕਹਾਏਗਾ। ਬਿਲਕੁਲ। ਅਤੇ ਜੇਕਰ ਗੱਲ ਕਰੀਏ ਆਪਾਂ ਨਵੰਬਰ ਦੀ ਜਾਂ 31 ਅਕਤੂਬਰ ਦੀ, ਚਲੋ ਪਹਿਲਾਂ ਇੰਸੀਡੈਂਟ ਦੀ ਜੇ ਗੱਲ ਕਰ ਲਈਏ, ਸੋ ਬੇਅੰਤ ਸਿੰਘ ਸਤਵੰਤ ਸਿੰਘ ਜੀ ਹੁਣਾਂ ਵੱਲੋਂ
ਉਹਨਾਂ ਨੂੰ 9:15 ਵਜੇ ਦੇ ਕਰੀਬ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਬਿਲਕੁਲ। ਸੋ ਉਹ ਉਸ ਸਮੇਂ ਉਹਨਾਂ ਲਈ ਪ੍ਰਾਊਡ ਮੂਮੈਂਟ ਹੋਏਗਾ। ਪਰ ਉਸ ਤੋਂ ਉਪਰੰਤ ਬੇਅੰਤ ਸਿੰਘ ਨੂੰ ਉਸ ਮੌਕੇ 'ਤੇ ਹੀ ਉਹਨਾਂ ਦੇ ਦੂਜੇ ਬੋਡੀਗਾਰਡਸ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਜੀ। ਸੋ ਸਿੱਖ ਨਜ਼ਰੀਏ ਤੋਂ ਦੇਖੀਏ ਤਾਂ ਬੇਅੰਤ ਸਿੰਘ ਨੂੰ ਸ਼ਹਾਦਤ ਪ੍ਰਾਪਤ ਹੋ ਜਾਂਦੀ ਹੈ। ਬਿਲਕੁਲ। ਪਰ ਉਹ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੇ ਨੇ। ਉਸ ਤੋਂ ਬਾਅਦ ਜਿਹੜਿਆਂ ਨੂੰ ਮਾਸਟਰਮਾਈਂਡ ਸਰਦਾਰ ਕੇਹਰ ਸਿੰਘ ਆ ਉਹ ਵੀ ਗ੍ਰਿਫਤਾਰ ਹੁੰਦੇ ਨੇ, ਉਹਨਾਂ 'ਤੇ ਕੇਸ ਚੱਲਦਾ ਆ। ਸੋ 1999 ਦੇ ਵਿੱਚ ਜਾ ਕੇ ਉਹਨਾਂ ਨੂੰ ਫਾਂਸੀ ਲੱਗ ਜਾਂਦੀ ਆ। ਸੋ ਇਹ ਤਾਂ ਹੋ ਗਿਆ ਇੱਕ ਇੰਸੀਡੈਂਟ ਜਿਹਨੇ ਪ੍ਰਧਾਨ ਮੰਤਰੀ ਨੂੰ ਕਤਲ ਕੀਤਾ। ਸੋ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਪਰ ਜੀ ਇੱਥੇ ਹੀ ਅਸੀਂ ਗੱਲ ਨੂੰ ਮੁਕਾ ਨਹੀਂ ਸਕਦੇ। ਬਿਲਕੁਲ। ਜੇਕਰ ਦੇਖਿਆ ਜਾਵੇ, ਜੇਕਰ ਇੰਦਰਾ ਗਾਂਧੀ ਦਾ ਕਤਲ ਹੁੰਦਾ ਆ, ਸੋ ਉਸ ਤੋਂ ਬਾਅਦ ਸਿੱਖਾਂ ਦਾ ਵੱਡੇ ਪੱਧਰ ਦੇ ਉੱਤੇ ਕਤਲੇਆਮ ਕੀਤਾ ਜਾਂਦਾ। ਬਿਲਕੁਲ। 1 ਨਵੰਬਰ ਤੋਂ ਸ਼ੁਰੂਆਤ ਹੋ ਜਾਂਦੀ ਆ। ਹੁਣ 41 ਸਾਲ ਹੋ ਗਏ, 2025 ਚੱਲ ਰਿਹਾ ਆ, 41 ਸਾਲ ਹੋ ਗਏ। ਕਿਹਾ ਤਾਂ ਜਾਂਦਾ ਕਿ ਸਿੱਖਾਂ ਨੂੰ ਐਸਟੈਬਲਿਸ਼ਮੈਂਟ ਵੱਲੋਂ ਆਸ ਰੱਖਣੀ ਚਾਹੀਦੀ ਆ। ਸੋ ਜੇਕਰ ਤੁਸੀਂ ਭਾਰਤ ਦੇ ਨਾਲ ਰਲ ਕੇ ਚੱਲਦੇ ਹੋ, ਫਿਰ ਤਾਂ ਤੁਹਾਨੂੰ ਸਿਸਟਮ ਤੋਂ ਆਸ ਰੱਖਣੀ ਚਾਹੀਦੀ ਹੈ ਕਿ ਸ਼ਾਇਦ ਤੁਹਾਨੂੰ ਉੱਥੋਂ ਕੋਈ ਇਨਸਾਫ ਮਿਲੇਗਾ। ਬਿਲਕੁਲ। ਪਰ ਜੇਕਰ ਤੁਸੀਂ ਇੰਡੀਪੈਂਡੈਂਟ ਸੋਚ ਦੇ ਮਾਲਕ ਹੋ, ਪੰਜਾਬ ਦੇਸ਼ ਦੇ ਪੱਖ 'ਤੇ ਚੱਲਦੇ ਹੋ, ਫਿਰ ਉੱਥੋਂ ਇਨਸਾਫ ਦੀ ਆਸ ਰੱਖਣੀ ਨਹੀਂ ਚਾਹੀਦੀ। ਸੋ ਉਹ ਘਟਨਾ ਤੋਂ ਸਾਨੂੰ ਸਿੱਖਣਾ ਚਾਹੀਦਾ ਆ ਜੀ। ਕਿਉਂਕਿ ਸਾਰੇ ਇਨਸੀਡੈਂਟ ਕਿਸ ਤਰ੍ਹਾਂ ਪਲੈਨਡ ਕੀਤੇ ਗਏ, ਉਹਦੇ ਕੀ ਨਤੀਜੇ ਨਿਕਲ ਕੇ ਆਏ। ਪੂਰੇ ਭਾਰਤ ਦੇ ਵਿੱਚ ਕਿਹਾ ਜਾਂਦਾ ਕਿ 10,000 ਤੋਂ ਉੱਤੇ ਸਿੱਖਾਂ ਨੂੰ ਕਤਲ ਕੀਤਾ ਗਿਆ। ਬਿਲਕੁਲ। ਕਿਉਂਕਿ ਜਦੋਂ ਕਿਸੇ ਦੇਸ਼ ਦਾ ਖੈਰ ਦੇਸ਼ ਦੇ ਜੇਕਰ ਰਾਜੇ ਜਾਂ ਰਾਣੀ ਦਾ ਕਤਲ ਹੁੰਦਾ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਕਹੋ ਕਿ ਇੰਸੀਡੈਂਟ ਆ। ਪਰ ਇਹ ਇੱਕ ਤਰੀਕੇ ਨਾਲ ਜਿਹੜੀ ਰੈਜ਼ਿਸਟੈਂਸ ਸ਼ੋਅ ਕੀਤੀ ਗਈ ਸਿੱਖਾਂ ਵੱਲੋਂ, ਉਹਦਾ ਕਾਰਨ ਜਿੱਦਾਂ ਆਪਾਂ ਗੱਲ ਕੀਤੀ ਕਿ ਇੱਕ ਮੁਕੱਦਸ ਥਾਂ ਸਿੱਖਾਂ ਲਈ ਜਿਹੜਾ ਸਭ ਤੋਂ ਉੱਚ ਆ, ਸ਼੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਨਾ, ਜਿਹੜੇ ਪੂਰੀ ਸੰਗਤ ਜਿਹੜੀ ਆ, ਬਜ਼ੁਰਗ, ਬੱਚੇ, ਮਾਈਆਂ ਭਾਈਆਂ ਨੂੰ ਕਤਲ ਕਰਨਾ, ਉਹ ਹਜ਼ਾਰਾਂ ਹੀ ਜਿਹੜੇ ਬੇਗੁਨਾਹ ਉਹ ਮਾਰੇ ਗਏ। ਉਸ ਤੋਂ ਉਹਦਾ ਜਿਹੜਾ ਇੱਕ ਤਰੀਕੇ ਨਾਲ ਰੈਜ਼ਿਸਟੈਂਸ ਸੀਗੀ ਸ਼ੋਅ ਕੀਤੀ ਗਈ ਸਿੱਖਾਂ ਵੱਲੋਂ ਕਿ ਅਸੀਂ ਜਿਹੜਾ ਆ ਉਹ ਜ਼ੁਲਮ ਦੇ ਹਮੇਸ਼ਾ ਅੱਗੇ, ਚਾਹੇ ਤੁਸੀਂ ਜਿੰਨਾ ਮਰਜ਼ੀ ਜ਼ੁਲਮ ਕਰ ਲਓ। ਜਿੱਦਾਂ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਕਿ ਸਿੱਖ ਕਦੀ ਧੌਣ ਨਹੀਂ ਝੁਕਾਉਂਦਾ, ਕੱਟੀ ਬੇਸ਼ੱਕ ਜਾ ਸਕਦੀ ਹੈ ਪਰ ਉਹ ਝੁਕਦੀ ਨਹੀਂ। ਉਹ ਜਿਹੜਾ ਇਹ 31 ਅਕਤੂਬਰ ਨੂੰ ਜੋ ਕੁਛ ਹੋਇਆ, ਇਹ ਮੈਨੂੰ ਲੱਗਦਾ ਕਿ ਉਸੇ ਇਤਿਹਾਸ ਦਾ ਇੱਕ ਸਾਡੇ ਸੁਨਹਿਰੀ ਇਤਿਹਾਸ ਦਾ ਇੱਕ ਅਹਿਮ ਹਿੱਸਾ ਆ। ਕਿਉਂਕਿ ਹਮੇਸ਼ਾ ਜਿਹੜੇ ਆ ਸਿੰਘ ਆ ਉਹ ਜਵਾਬ ਦਿੰਦੇ ਆ। ਪਰ ਉਸ ਤੋਂ ਬਾਅਦ ਜੋ ਹੋਇਆ, ਜਿਹੜੀ ਤੁਸੀਂ ਗੱਲ ਕੀਤੀ ਆ, ਕਿਉਂਕਿ ਰਾਜੀਵ ਗਾਂਧੀ ਦੀ ਉਹ ਲਾਈਨ ਹੈ ਜਿਹੜੀ ਉਹ ਬੜੀ ਇੱਕ ਅੱਜ ਵੀ ਕਈ ਵਾਰ ਉਹ ਵਿਖਾਈ ਜਾਂਦੀ ਕਿ ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਉਹ ਜਿੱਦਾਂ ਤੁਸੀਂ ਕਿਹਾ ਕਿ 10,000 ਸਿੱਖਾਂ ਨੂੰ ਮਾਰ ਦੇਣਾ ਕੋਹ ਕੇ, ਆਪਾਂ ਕਹਿਣਾ ਮੈਨੂੰ ਲੱਗਦਾ ਕਿ ਇੱਕ ਅਲੱਗ ਚੀਜ਼ ਆ। ਪਰ ਉਸ ਦੌਰ ਨੂੰ ਜੇਕਰ ਆਪਾਂ ਕਿਸੇ 1 ਮਿੰਟ ਲਈ ਵੀ ਆਪਣੇ ਅੱਖਾਂ ਦੇ ਸਾਹਮਣੇ ਲਿਆਈਏ ਕਿ ਕਿਸ ਤਰੀਕੇ ਨਾਲ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਹੋਈ, ਉਹਨਾਂ ਨੂੰ ਘਰਾਂ 'ਚੋਂ ਕੱਢ ਕੇ ਉਹਨਾਂ ਦੇ ਜਿਹੜੇ ਬੱਚੇ ਆ ਜਾਂ ਘਰ ਦੇ ਜਿਹੜੇ ਮਰਦ ਆ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ। ਜਿਹੜੀਆਂ ਘਰ ਦੀਆਂ ਔਰਤਾਂ ਆ ਉਹਨਾਂ ਨੂੰ ਪਰਿਵਾਰ ਦੇ ਸਾਹਮਣੇ ਜਿਹੜਾ ਬਲਾਤਕਾਰ, ਰੇਪ ਤੱਕ ਕੀਤੇ ਗਏ। ਮੈਨੂੰ ਲੱਗਦਾ ਕਿ ਆਪਾਂ ਜੇਕਰ ਉਸ ਚੀਜ਼ ਨੂੰ ਇੱਕ ਵਾਰੀ ਆਪਣੀ ਅੱਖਾਂ ਦੇ ਸਾਹਮਣੇ ਲਿਆਈਏ ਤਾਂ ਆਪਾਂ ਉਹ ਚੀਜ਼ ਸੋਚ ਕੇ ਵੀ ਆਪਣੀ ਰੂਹ ਦਹਿਲ ਜਾਂਦੀ ਆ। ਬਿਲਕੁਲ। ਜਿਹੜੀ ਸਿੱਖ ਕੌਮ ਆ ਉਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਜਦੋਂ ਉਹਨਾਂ ਦੇ ਨਾਲ, ਆਪਣੀ ਕੌਮ ਦੇ ਨਾਲ, ਆਪਣੇ ਵਸਿੰਦਿਆਂ ਦੇ ਨਾਲ ਇਹ ਕੁਛ ਹੁੰਦਾ ਆ, ਬਿਲਕੁਲ, ਸੋ ਇਹ ਸਹਿਣਾ ਅਤੇ ਉਸ ਬਾਰੇ ਸੋਚਣਾ ਵੀ ਬਹੁਤ ਔਖਾ ਹੋ ਜਾਂਦਾ। ਮੈਨੂੰ ਯਾਦ ਹੈ ਪਿਛਲੇ ਸਾਲ ਜਦੋਂ ਤੁਸੀਂ ਇਨ੍ਹੀਂ ਦਿਨੀਂ ਸਰਦਾਰ ਸੁਖਪ੍ਰੀਤ ਸਿੰਘ ਦੋਕੇ ਜੀ ਦਾ ਇਸੇ ਬਾਬਤ ਗੱਲਬਾਤ ਕੀਤੀ ਸੀਗੀ। ਸੋ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਜਿਹੜੀ ਵਿਧਵਾ ਕਲੋਨੀ ਆ। ਸੋ ਉਹ ਜਦੋਂ ਅਸੀਂ ਇੰਸੀਡੈਂਟ ਸੁਣਦੇ ਹਾਂ ਉਹ ਬਹੁਤ ਦਿਲ ਨੂੰ ਦਹਿਲਾ ਦੇਣ ਵਾਲੇ ਆ। ਉਹਨੀ ਫੇਸ ਕਿੱਦਾਂ ਕੀਤੇ ਹੋਣਗੇ ਆਪਣੇ 'ਤੇ, ਆਪਣੇ ਪਿੰਡ 'ਤੇ ਹੰਢਾਏ ਕਿੱਦਾਂ ਹੋਣਗੇ। ਚਲੋ ਉਹ ਇੰਸੀਡੈਂਟ ਹੋਇਆ ਇੱਕ, ਪਰ ਉਸ ਤੋਂ ਬਾਅਦ ਉਹਨਾਂ ਦਾ ਮਜ਼ਾਕ ਬਣਾ ਦੇਣਾ, ਬਿਲਕੁਲ ਉਹਨਾਂ ਦਾ ਮਜ਼ਾਕ ਬਣਾ ਦੇਣਾ ਇੰਨੇ ਸਾਲ। ਅਤੇ ਜਿਨ੍ਹਾਂ ਨੇ ਕਤਲੇਆਮ ਕੀਤਾ ਹੋਵੇ, ਜਿਹੜੇ ਉਹਦੇ ਦੋਸ਼ੀ ਹੋਣ, ਉਹਨਾਂ ਦੇ ਗਵਾਹ ਹੋਣ ਦੇ ਬਾਵਜੂਦ ਵੀ ਸਰਕਾਰਾਂ ਬਦਲਦੀਆਂ ਰਹੀਆਂ। ਬਿਲਕੁਲ। ਬੇਸ਼ੱਕ ਉਹ ਫਿਰ ਦੋਸ਼ ਇੱਕ ਪਾਰਟੀ 'ਤੇ ਕਾਂਗਰਸ 'ਤੇ ਲਗਾ ਦਿੱਤਾ ਜਾਂਦਾ ਹੈ, ਪਰ ਉਸ ਤੋਂ ਬਾਅਦ ਦੂਸਰੀਆਂ ਵੀ ਸਰਕਾਰਾਂ ਪਾਵਰ 'ਚ ਆਉਂਦੀਆਂ ਨੇ, ਪਰ ਉਹਨਾਂ ਵੱਲੋਂ ਵੀ ਕੁਛ ਖਾਸ ਨਹੀਂ ਕੀਤਾ ਗਿਆ। ਬਿਲਕੁਲ। ਇਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਗੁਰਸੇਵਕ ਵੀਰੇ ਬਹੁਤ ਵੱਡਾ ਸਵਾਲ ਹੈ। ਜਿੱਦਾਂ ਤੁਸੀਂ ਕਿਹਾ ਕਿ ਇਲਜ਼ਾਮ ਤਾਂ ਇੱਕ ਪਾਰਟੀ 'ਤੇ ਲੱਗ ਜਾਂਦਾ ਆ, ਇੰਦਰਾ ਗਾਂਧੀ 'ਤੇ ਲੱਗ ਜਾਂਦਾ, ਕਾਂਗਰਸ 'ਤੇ ਲੱਗ ਜਾਂਦਾ,
ਪਰ ਉਸ ਘਟਨਾ ਨੂੰ ਹੋਇਆਂ ਤਕਰੀਬਨ ਜਿਹੜੇ 40 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਆ, ਪਰ ਅਜੇ ਤੱਕ ਜਿਹੜਾ ਆ, ਜਿੱਦਾਂ ਡਾਕਟਰ ਸਾਹਿਬ ਵੀ ਪਿਛਲੇ ਸਾਲ ਇਹੀ ਕਹਿੰਦੇ ਸੀ ਕਿ 40 ਸਾਲ ਤੋਂ ਬਾਅਦ ਵੀ ਜਿਹੜੇ ਉਹ 1984 ਦੇ ਜਿਹੜੇ ਜ਼ਖਮ ਆ ਉਹ ਅਜੇ ਤੱਕ ਅੱਲੇ ਆ। ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਤਲਬ ਸਿੱਖਾਂ ਲਈ ਜਾਂ ਕਹਿ ਲਓ ਕਿ ਮਾਨਵਤਾ ਨੂੰ ਪਿਆਰ ਕਰਨ ਵਾਲਿਆਂ ਲਈ ਇੱਕ ਬਹੁਤ ਹੀ ਵੱਡਾ ਦੁਖਾਂਤ ਹੈ ਕਿ 40 ਸਾਲ ਬੀਤਣ ਤੋਂ ਬਾਅਦ ਵੀ ਐਸੇ ਦੁਖਾਂਤ ਦਾ ਇਨਸਾਫ ਹੀ ਨਹੀਂ ਦਿੱਤਾ ਗਿਆ। ਬਿਲਕੁਲ, ਮੈਂ ਸ਼ੁਰੂਆਤ ਦੇ ਵਿੱਚ ਤਾਂ ਹੀ ਇਹ ਗੱਲ ਸੀ ਕਿ ਆਪਾਂ ਨੂੰ ਕੀ ਇਨਸਾਫ ਦੀ ਉਹਨਾਂ ਤੋਂ ਆਸ ਰੱਖਣੀ ਚਾਹੀਦੀ ਹੈ ਕਿ ਨਹੀਂ। ਜੇਕਰ ਉਹ ਕਰਦੇ ਨੇ ਉੱਥੋਂ ਦੀਆਂ ਸਰਕਾਰਾਂ ਜਾਂ ਉੱਥੋਂ ਦੀ ਜੁਡੀਸ਼ਰੀ ਸਿਸਟਮ, ਦੈਨ ਵੈਲ ਐਂਡ ਗੁੱਡ, ਤਾਂ ਉਹ ਰੈਫਰੈਂਸ ਕੋਈ ਦੇ ਸਕਦੇ ਨੇ। ਪਰ ਜੇਕਰ ਇੱਦਾਂ ਹੀ ਲਟਕਾਉਣਾ ਆ ਹੈ ਨਾ, ਫਿਰ ਉਸਦਾ ਕਈ ਰਿਪੋਰਟਾਂ ਆਈਆਂ, ਕਈ ਉੱਥੇ ਜਿਹੜੀਆਂ ਕਮਿਸ਼ਨਸ ਬਣੀਆਂ, ਪਰ ਸਾਰਾ ਕੁਛ ਹਮੇਸ਼ਾ ਜਿਹੜਾ ਆ ਉਹ ਮਿੱਟੀ ਕਰ ਦਿੱਤਾ ਜਾਂਦਾ। ਕੋਈ ਵੀ ਰਿਪੋਰਟ ਬਾਹਰ ਨਹੀਂ ਆਉਂਦੀ। ਕਿਸੇ ਪਰਿਵਾਰ ਨੂੰ ਇੱਕ ਪਰਿਵਾਰ ਦੇ ਜੀ ਚਲੇ ਜਾਣੇ, ਜਦੋਂ ਆਪਾਂ ਉਹਨਾਂ ਦੀਆਂ ਸਟੋਰੀਆਂ ਸੁਣਦੇ ਹਾਂ ਤਾਂ ਕਈ ਸਟੋਰੀਆਂ ਤਾਂ ਸੁਣ ਕੇ, ਕਿਉਂਕਿ ਮੈਨੂੰ ਉਹਨਾਂ ਬੀਬੀ ਦਾ ਨਾਮ ਭੁੱਲ ਗਿਆ, ਜਿਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦਾ ਉਹ ਦੱਸਦੇ ਕਿ ਮੇਰੇ ਜੋ ਬੱਚੇ ਨੂੰ ਜਾਂ ਮੇਰੇ ਘਰ ਵਾਲੇ ਨੂੰ ਮਾਰਿਆ ਗਿਆ ਤਾਂ ਉਦੋਂ ਮੈਂ ਆਪਣੇ ਘਰ ਦਾ ਫਰਨੀਚਰ ਜਿਹੜਾ ਆਇਆ ਨਾ ਉਹਦਾ ਨਾਲ ਜਿਹੜਾ ਆਪਣੇ ਬੱਚੇ ਦਾ ਅਤੇ ਆਪਣੇ ਘਰ ਵਾਲੇ ਦਾ ਅੰਤਿਮ ਸੰਸਕਾਰ ਘਰ ਦੇ ਵਿਹੜੇ 'ਚ ਕੀਤਾ। ਜਿਹੜੇ ਗੁਆਂਢੀ ਸੀ ਉਹ ਤੱਕ ਮਦਦ ਕਰਨ ਨਹੀਂ ਆਏ। ਹਾਲਾਂਕਿ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਵੀ ਆ, ਹਿੰਦੂ ਪਰਿਵਾਰ, ਆਪਾਂ ਕਿਸੇ ਕਮਿਊਨਿਟੀ 'ਤੇ ਉਂਗਲ ਨਹੀਂ ਚੁੱਕਦੇ, ਬਹੁਤ ਸਾਰੇ ਪਰਿਵਾਰ ਇੱਦਾਂ ਦੇ ਹਿੰਦੂ ਪਰਿਵਾਰ ਜਿਨ੍ਹਾਂ ਨੇ ਆਪਣੇ ਗੁਆਂਢੀਆਂ ਦੀਆਂ ਜਾਨਾਂ ਬਚਾਈਆਂ, ਆਪਣੇ ਜਾਨ 'ਤੇ ਖੇਡ ਕੇ ਉਹਨਾਂ ਦੀਆਂ ਜਾਨਾਂ ਬਚਾਈਆਂ। ਸੋ ਮਤਲਬ 40 ਸਾਲ ਬੀਤਣ ਤੋਂ ਬਾਅਦ ਵੀ, ਇੰਨਾ ਕੁਛ ਹੋਣ ਤੋਂ ਬਾਅਦ ਵੀ ਉਹ ਜਿਉਂਦੇ ਜਾਗਦੇ ਇਨਸਾਨ ਜਿਹੜੇ ਆ ਉਹ ਆਪਣੇ ਤੋਂ ਇਨਸਾਫ ਮੰਗਦੇ ਆ, ਪਰ ਸਾਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਉਹ 1984 ਨੂੰ ਭੁੱਲ ਜਾਓ। ਜੀ ਬਿਲਕੁਲ। ਅਤੇ ਸਭ ਤੋਂ ਵੱਡੀ ਹਾਸੋਹੀਣੀ ਗੱਲ ਇਹ ਹੈ ਕਿ ਜਦੋਂ ਮੀਡੀਆ ਦੇ ਵਿੱਚ ਇਹ ਕਿਹਾ ਜਾਂਦਾ ਕਿ ਹੁਣ ਅੱਗੇ ਵਧੋ। ਹਾਂ ਬਿਲਕੁਲ। ਜਦੋਂ ਇਹ ਆਖ ਦਿੱਤਾ ਜਾਂਦਾ ਨਾ ਕਿ ਅੱਗੇ ਵਧੋ ਕਿ ਪੁਰਾਣੀਆਂ ਗੱਲਾਂ ਭੁੱਲ ਜਾਓ, ਤੇ ਮੇਰੇ ਕਈ ਵਾਰ ਦਿਮਾਗ 'ਚ ਇਹ ਗੱਲ ਆਉਂਦੀ ਹੈ ਕਿ ਅੱਗੇ ਵਧਣਾ ਕਿੱਥੇ ਹੈ ਕਿ ਤੁਸੀਂ ਆਪਣਿਆਂ ਨੂੰ ਕਤਲ ਕਰਵਾ ਕੇ, ਆਪਣਿਆਂ ਨੂੰ ਮਰਵਾ ਕੇ ਤੁਸੀਂ ਅੱਗੇ ਜਾਣਾ ਕਿੱਥੇ ਆ। ਸਿੱਖ ਸਮੇਂ-ਸਮੇਂ 'ਤੇ ਆਪਣਾ ਪੂਰਾ ਯੋਗਦਾਨ ਕਿਸੇ ਵੀ ਦੇਸ਼ 'ਚ ਹੋਣ, ਸਿੱਖੀ ਇੱਕੋ ਭਾਰਤ ਦੇ ਵਿੱਚ ਸੀਮਿਤ ਨਹੀਂ ਆ, ਦੁਨੀਆ ਭਰ ਦੇ ਵਿੱਚ ਫੈਲੇ ਹੋਏ ਆ, ਉਹ ਹਰ ਦੇਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਆ, ਬੇਸ਼ੱਕ ਉਹ ਟੈਕਸ ਦੇ ਰੂਪ 'ਚ ਹੋਵੇ ਜਾਂ ਫਿਰ ਹੋਰ ਸਾਰੇ ਹੀ ਵਿਸ਼ਿਆਂ ਦੇ ਵਿੱਚ ਹੋਣ। ਸੋ ਆਪਣਾ ਬਣਦਾ ਯੋਗਦਾਨ ਉਹ ਪਾਉਂਦੇ ਆ। ਸੋ ਪਰ ਫਿਰ ਅੱਗੇ ਵਧਣਾ ਕਿੱਥੇ ਆ। ਬਿਲਕੁਲ। ਮੈਨੂੰ ਲੱਗਦਾ ਵੀਰੇ ਇਹ ਜਿਹੜਾ 1984 ਦਾ ਇੰਸੀਡੈਂਟ ਹੈ ਨਾ, ਇਹ ਸਾਨੂੰ ਕਮਿਊਨਿਟੀ ਤੋਂ ਉੱਤੇ ਉੱਠ ਕੇ ਵੇਖਣਾ ਚਾਹੀਦਾ। ਸਿਰਫ ਸਿੱਖ ਕੌਮ ਲਈ ਇਨਸਾਫ ਨਹੀਂ, ਮੈਨੂੰ ਲੱਗਦਾ ਕਿ ਜਿਹੜਾ ਵੀ ਇਨਸਾਨ ਮਾਨਵਤਾ ਨੂੰ ਪਿਆਰ ਕਰਦਾ ਨਾ, ਮਨੁੱਖਤਾ ਨੂੰ ਪਿਆਰ ਕਰਦਾ ਆ, ਉਹਦੇ ਲਈ ਜਿਹੜਾ ਆ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ। ਜਿੱਦਾਂ ਘਰ 'ਚੋਂ, ਜਿੱਦਾਂ ਆਪਾਂ ਅੱਗੇ ਵੀ ਗੱਲ ਕੀਤੀ ਕਿ ਘਰ 'ਚੋਂ ਕੱਢ ਕੇ ਮਾਰਿਆ ਗਿਆ, ਕੋਹ ਕੇ ਮਾਰਿਆ ਗਿਆ। ਪਹਿਲੋਂ ਜੂਨ 1984 ਦੇ ਵਿੱਚ ਜਿਹੜੇ ਨਿੱਕੇ ਬੱਚੇ ਆ ਜਾਂ ਬੀਬੀਆਂ ਆ ਜਿਹੜੀਆਂ ਸਿਰਫ ਗੁਰੂ ਘਰ ਨਤਮਸਤਕ ਹੋਣ ਆਈਆਂ ਅਤੇ ਉਹ ਜਾਨਾਂ ਗਵਾਈਆਂ, ਉਹਨਾਂ ਬੇਕਸੂਰ ਜਾਨਾਂ ਗਈਆਂ। ਫਿਰ ਨਵੰਬਰ 1-2 ਜਿਹੜੇ 2-3 ਦਿਨ ਜਿਹੜਾ ਦਿੱਲੀ ਦੇ ਜਿਹੜੇ ਸੜਕਾਂ 'ਤੇ ਜਿਹੜਾ ਉਹ ਨੰਗਾ ਨਾਚ ਹੋਇਆ ਦਹਿਸ਼ਤ ਦਾ। ਸੋ ਆਪਣੇ ਆਪ ਦੇ ਵਿੱਚ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਜਿਹੜਾ 40 ਸਾਲ ਬੀਤਣ ਤੋਂ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ। ਬਿਲਕੁਲ। ਫਿਰ ਚਲੋ ਇਸ ਵਿਸ਼ੇ ਨੂੰ ਅਸੀਂ ਇੱਥੇ ਹੀ ਵਿਰਾਮ ਦੇਵਾਂਗੇ, ਪਰ ਇਹ ਗੱਲਬਾਤ ਕਰਨ ਦਾ ਅੱਜ ਜਿਹੜੇ ਪ੍ਰੋਗਰਾਮ ਦੇ ਵਿੱਚ ਇਹ ਗੱਲਬਾਤ ਮੇਰੇ ਕਰਨ ਦਾ ਮਕਸਦ ਇਹੀ ਸੀ ਕਿ ਅਸੀਂ ਉਹਨਾਂ ਦੀ ਗੱਲ ਕਰਦੇ ਰਹੀਏ। ਨੋ ਮੈਟਰ ਕਿ ਕਿੰਨੇ ਸਾਲ ਨਿਕਲ ਗਏ, ਸਾਡਾ ਫਰਜ਼ ਬਣਦਾ ਆ ਕਿ ਜਿਹੜਿਆਂ ਨੇ ਉੱਥੇ ਆਪਣੇ ਸਿੱਖ ਭਾਈਆਂ ਨੇ ਜਾਨਾਂ ਗਵਾਈਆਂ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਲਈ ਆਵਾਜ਼, ਉਹਨਾਂ ਨੂੰ ਯਾਦ ਕਰਦੇ ਰਹੀਏ। ਜਿਨ੍ਹਾਂ ਨੇ ਸਰਕਾਰ ਅਸਟੈਬਲਿਸ਼ਮੈਂਟ ਨਾਲ ਲੜੇ, ਉਹਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਰਹੀਏ, ਅਤੇ ਜਿਹੜੇ ਆਪਣੇ ਬੇਕਸੂਰ ਸਿੱਖਾਂ ਨੇ ਜਾਨਾਂ ਗਵਾਈਆਂ ਅਤੇ ਉਹਨਾਂ ਨੂੰ ਯਾਦ ਕਰਕੇ ਸੋ ਉਹਨਾਂ ਲਈ ਆਵਾਜ਼ ਬੁਲੰਦ ਕਰਦੇ ਰਹੀਏ। ਬਿਲਕੁਲ। ਸੋ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਵੱਧਦੇ ਹਾਂ। ਜਿੱਦਾਂ ਤੁਸੀਂ ਗੱਲ ਕੀਤੀ ਕਿ ਪਹਿਲੇ ਹਿੱਸੇ 'ਚ ਤਾਂ ਆਪਾਂ ਉਹਨਾਂ ਦੀ ਗੱਲ ਕੀਤੀ ਕਿ ਜਿਹੜੇ ਐਸਟੈਬਲਿਸ਼ਮੈਂਟ ਦੇ ਖਿਲਾਫ ਲੜੇ। ਹੁਣ ਇਸ ਹਿੱਸੇ 'ਚ ਆਪਾਂ ਉਹਨਾਂ ਦੀ ਗੱਲ ਕਰਨੀ ਆ ਕਿ ਜਿਹੜੇ ਐਸਟੈਬਲਿਸ਼ਮੈਂਟ ਦੇ ਵਿੱਚ ਹੁੰਦਿਆਂ, ਐਸਟੈਬਲਿਸ਼ਮੈਂਟ ਦਾ ਹਿੱਸਾ ਹੁੰਦਿਆਂ ਵੀ ਜਿਨ੍ਹਾਂ ਨੇ ਸਿੱਖ ਕੌਮ ਦੀ ਹਮੇਸ਼ਾ ਮਦਦ ਕੀਤੀ ਆ। ਦੀਵਾਨ ਕੌੜਾ ਮੱਲ ਜੀ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਆ, ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਦਾ। ਅਤੇ ਮੈਂ ਚਾਹੁੰਦਾ ਕਿ ਆਪਾਂ ਸ਼ੁਰੂਆਤ ਉੱਥੋਂ ਕਰੀਏ ਕਿ ਦੀਵਾਨ ਕੌੜਾ ਮੱਲ ਜੀ ਦੀ ਸ਼ਖਸੀਅਤ ਜਾਂ ਉਹਨਾਂ ਬਾਰੇ ਤੁਸੀਂ ਦੱਸਣਾ ਚਾਹੋ।
ਵੀਰੇ ਜੇਕਰ ਅਸੀਂ ਇਤਿਹਾਸ 'ਚ ਝਾਤ ਮਾਰੀਏ ਨਾ, ਸਾਨੂੰ ਐਂ ਲੱਗਦਾ ਆ, ਕਿਉਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਡੇ ਮਾਈਂਡ ਦੇ ਵਿੱਚ ਇੱਕ ਬਣ ਜਾਂਦੀ ਹੈ ਕਿ ਸ਼ਾਇਦ ਕਿ ਅਸੀਂ ਸਿਰਫ ਐਸਟੈਬਲਿਸ਼ਮੈਂਟ ਦੇ ਖਿਲਾਫ ਲੜੇ ਹੀ ਹਾਂ, ਕਿ ਜਿਸ ਸਮੇਂ ਐਸਟੈਬਲਿਸ਼ਮੈਂਟ ਦੇ ਖਿਲਾਫ ਲੜ ਰਹੇ ਸੀ ਤਾਂ ਮਤਲਬ ਕਿ ਅਸੀਂ ਉਹਨਾਂ ਦੇ ਖਿਲਾਫ ਹੀ ਸੀ। ਪਰ ਇਹੋ ਜਿਹੇ ਇੰਸੀਡੈਂਟ ਹੁੰਦੇ ਆ, ਸਾਨੂੰ ਪਤਾ ਲੱਗਦਾ ਆ ਕਿ ਐਸਟੈਬਲਿਸ਼ਮੈਂਟ ਦੇ ਵਿੱਚ ਜਿਹੜੇ ਬੰਦੇ ਉਹਨਾਂ ਦੇ ਐਸਟੈਬਲਿਸ਼ਮੈਂਟ ਦਾ ਹਿੱਸਾ ਨੇ ਜੀ, ਉਹ ਵੀ ਸਿੱਖਾਂ ਦੀ ਮਦਦ ਕਰਦੇ ਰਹੇ ਨੇ। ਬਿਲਕੁਲ, ਉਹ ਸਿੱਖ ਵੀ ਉਸ ਐਸਟੈਬਲਿਸ਼ਮੈਂਟ ਦਾ ਹਿੱਸਾ ਰਹੇ ਨੇ ਜੀ। ਅਤੇ ਜਿੱਦਾਂ ਕਿ ਤੁਸੀਂ ਨਾਮ ਦਾ ਜ਼ਿਕਰ ਕੀਤਾ, ਦੀਵਾਨ ਕੌੜਾ ਮੱਲ, ਬਹੁਤ ਵੱਡਾ ਨਾਮ ਹੈ। ਬਿਲਕੁਲ, ਬੇਸ਼ੱਕ ਅਸੀਂ ਕਿਉਂਕਿ ਇਤਿਹਾਸ ਬਹੁਤ ਵੱਡਾ ਹੋਣ ਕਰਕੇ ਅਸੀਂ ਚੇਤੇ ਨਹੀਂ ਕਰਦੇ, ਪਰ ਇਹਨਾਂ ਬਾਰੇ ਮੈਨੂੰ ਲੱਗਦਾ ਕਿ ਬਹੁਤ ਸਿੱਖ ਆਪਣੇ ਜਾਣਦੇ ਹੋਣਗੇ। ਪਰ ਅਸੀਂ ਉਹਨਾਂ ਨੂੰ ਅੱਜ ਯਾਦ ਕਰਾਂਗੇ, ਉਹਨਾਂ ਦੇ ਜੀਵਨ 'ਤੇ ਝਾਤ ਮਾਰਾਂਗੇ ਅਤੇ ਉਹਨਾਂ ਦੀ ਕੀ ਦੇਣ ਆ ਸਿੱਖੀ ਲਈ। ਉਹਨਾਂ ਨੇ ਆਪਣੇ ਜੀਵਨ ਦੇ ਦੌਰਾਨ ਕੀ ਆਪਣਾ ਯੋਗਦਾਨ ਪਾਇਆ ਸਿੱਖੀ ਨੂੰ ਬਚਾਉਣ ਦੇ ਲਈ, ਸਿੱਖ ਫੁਲਵਾੜੀ ਨੂੰ ਕਿੰਝ ਸਿੰਜਿਆ। ਸੋ ਦੱਸੋ, ਸ਼ੁਰੂਆਤ ਕਰੋ ਕਿ ਕਿਸ ਤਰੀਕੇ ਨਾਲ ਜਿਹੜਾ ਆ ਉਹ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਵਾਰ-ਵਾਰ ਉਹਨਾਂ ਦਾ ਜ਼ਿਕਰ ਇਸ ਚੀਜ਼ 'ਚ ਹੁੰਦਾ ਕਿ ਸਟੈਬਲਿਸ਼ਮੈਂਟ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਹ ਹਮੇਸ਼ਾ ਸਿੱਖ ਕੌਮ ਦੇ ਪੱਖ 'ਚ ਖੜ੍ਹੇ ਆ। ਸੋ ਜਿਹੜੀਆਂ 2-3 ਅਹਿਮ ਘਟਨਾਵਾਂ ਦਾ ਜ਼ਿਕਰ ਆਪਾਂ ਕਰਨਾ ਆ, ਸ਼ੁਰੂਆਤ ਕਿੱਥੋਂ ਕਰਨੀ ਚਾਹੋਗੇ? ਸ਼ੁਰੂਆਤ ਹੁੰਦੀ ਆ ਕਿ ਮੀਰ ਮੰਨੂ ਤੋਂ। ਅਸੀਂ ਇੱਕ ਅਖਾਣ ਪੜ੍ਹਦੇ ਰਹੇ ਹਾਂ ਬਚਪਨ ਤੋਂ ਹੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਸਾਨੂੰ ਜਿਉਂ ਮੰਨੂ ਵੜਦਾ ਅਸੀਂ ਦੂਣ ਸਵਾਏ ਹੋਏ। ਬਿਲਕੁਲ, ਇਸ ਤੋਂ ਇਹ ਕਲੀਅਰ ਹੋ ਜਾਂਦਾ ਕਿ ਮੀਰ ਮੰਨੂ ਸਿੱਖਾਂ ਦਾ ਬਹੁਤ ਵੱਡਾ ਵਿਰੋਧੀ ਸੀ। ਬਿਲਕੁਲ। ਅਤੇ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਇਹਨਾਂ ਦੀਆਂ ਮੁਗਲਾਂ ਦੀਆਂ ਲੜਾਈਆਂ ਆਪਸੀ ਸੀ। ਜਰ ਜੋਰੂ ਜ਼ਮੀਨ ਦੇ ਲਈ ਇਹ ਲੜਦੇ ਰਹੇ ਨੇ, ਜਿੰਨੀਆਂ ਵੀ ਲੜਾਈਆਂ ਹੋਈਆਂ ਸਿੱਖਾਂ ਦੀਆਂ ਲੜਾਈਆਂ ਨੂੰ ਛੱਡ ਕੇ। ਬਿਲਕੁਲ। ਪਰ ਸਿੱਖ ਹਮੇਸ਼ਾ ਤੋਂ ਆਪਣੇ ਆਮ ਲੋਕਾਂ ਦੇ, ਆਵਾਮ ਦੇ ਲਈ ਆਵਾਜ਼ ਬੁਲੰਦ ਕਰਦੇ ਰਹੇ ਨੇ। ਸੋ ਇਸੇ ਦੇ ਵਿੱਚ ਚੱਲਦੇ ਹੀ ਜਿਹੜੇ ਦੀਵਾਨ ਕੌੜਾ ਮੱਲ ਜੀ ਹੋਏ ਨੇ ਜੀ, ਸੋ ਉਹ ਇਹਨਾਂ ਦੇ ਬਹੁਤ ਨੇੜਲੇ ਰਹੇ ਨੇ, ਸਲਾਹਕਾਰ ਰਹੇ ਨੇ ਇਹਨਾਂ ਦੇ, ਮੀਰ ਮੰਨੂ ਦੇ। ਹਾਂਜੀ, ਲਾਹੌਰ ਦੀਵਾਨ ਦੇ ਵਿੱਚ ਅੰਦਰ ਡਿਊਟੀ ਕਰਦੇ ਰਹੇ ਨੇ ਜੀ। ਸੋ ਦੀਵਾਨ ਕੌੜਾ ਮੱਲ ਜੀ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਵਿੱਚੋਂ ਇੱਕ ਸਨ। ਉਹਨਾਂ ਨੂੰ ਸਹਿਜਧਾਰੀ ਸਿੱਖ ਕਹਿ ਕੇ ਵੀ ਅਸੀਂ ਸੰਬੋਧਿਤ ਕਰ ਸਕਦੇ ਹਾਂ ਜੀ। ਸੋ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ। ਸੋ ਉਹ ਬਹੁਤ ਪ੍ਰੇਮ ਦੇ ਨਾਲ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਿਆ, ਜਦੋਂ ਜ਼ੁਲਮ ਵਧਿਆ ਸਿੱਖਾਂ ਦੇ ਉੱਤੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਐਸਟੈਬਲਿਸ਼ਮੈਂਟ ਦੇ ਅੰਦਰ ਰਹਿ ਕੇ। ਇੱਥੇ ਇੱਕ ਗੱਲ ਗੌਰ ਕਰਨ ਵਾਲੀ ਆ, ਅਸੀਂ ਅਕਸਰ ਆਖ ਦਿੰਦੇ ਹਾਂ ਕਿ ਸਰਕਾਰ ਨੇ ਆਪਣੇ ਬੰਦੇ ਛੱਡੇ ਹੁੰਦੇ ਆ ਜਿਹੜਾ ਕਿ ਕਿਸੇ ਵੀ ਕੌਮ ਦਾ ਨੁਕਸਾਨ ਕਰਦੇ ਨੇ। ਬਿਲਕੁਲ। ਫਿਰ ਸਾਨੂੰ ਪਤਾ ਲੱਗਦਾ ਆ ਕਿ ਕੌਮ ਮੁੜ ਸਰਜੀਤ ਹੋ ਰਹੀ ਹੈ, ਉਹਨਾਂ ਨੂੰ ਮੌਕੇ ਮਿਲ ਰਹੇ ਨੇ। ਉਹਦਾ ਮਤਲਬ ਹੁੰਦਾ ਆ ਕਿ ਜਿਹੜੀ ਐਸਟੈਬਲਿਸ਼ਮੈਂਟ ਆ ਉਹਦੇ ਵਿੱਚ ਵੀ ਕੌਮ ਦੇ ਖੈਰ ਖਵਾਰ ਬੈਠੇ ਹੋਏ ਨੇ। ਬਿਲਕੁਲ। ਸੋ ਉਹਨਾਂ ਵਿੱਚੋਂ ਇੱਕ ਨਾਮ ਹੈ ਦੀਵਾਨ ਕੌੜਾ ਮੱਲ ਜੀ ਦਾ। ਜਦੋਂ ਦੀਵਾਨ ਕੌੜਾ ਮੱਲ ਜੀ ਦਾ ਜ਼ਿਕਰ ਆਉਂਦਾ ਤਾਂ ਇੱਕ ਬਹੁਤ ਹੀ ਇਤਿਹਾਸਿਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਰਾਮ ਰੌਣੀ ਨੂੰ ਘੇਰਾ ਪਾਇਆ ਜਾਂਦਾ ਆ ਅਤੇ ਉਹਦੇ ਵਿੱਚ ਜਿਹੜਾ ਦੀਵਾਨ ਕੌੜਾ ਮੱਲ ਜੀ ਦਾ ਉਸ ਘੇਰਾਬੰਦੀ ਨੂੰ ਹਟਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਉਹ ਉੱਥੋਂ ਮੈਂ ਚਾਹੁੰਦਾ ਕਿ ਆਪਾਂ ਸ਼ੁਰੂਆਤ ਕਰੀਏ ਜੀ। ਪਰ ਉਸ ਘਟਨਾ ਤੋਂ ਪਹਿਲਾਂ ਸਾਨੂੰ ਨਾ ਪੂਰੀ ਵਿਉਂਤ ਸਮਝਣੀ ਪਏਗੀ ਕਿ ਕੀ ਕਾਰਨ ਬਣੇ ਸੀ ਕਿ ਉਸ ਸਮੇਂ ਦੀ ਸਰਕਾਰ ਮੀਰ ਮੰਨੂ ਨੇ ਸਿੱਖਾਂ ਨੂੰ ਘੇਰਾਬੰਦੀ ਕੀਤੀ ਕਿਉਂ ਸੀ। ਜਿਹੜਾ ਰਾਮ ਰੌਣੀ ਦੇ ਅਸਥਾਨ ਆ ਉਹ ਕੋਈ ਗੜ੍ਹ ਨਹੀਂ ਸੀ, ਉਸ ਨੂੰ ਅਸੀਂ ਕਿਲ੍ਹਾ ਨਹੀਂ ਕਹਿ ਸਕਦੇ। ਉਹ ਇੱਕ ਤੁਸੀਂ ਕਹਿ ਲਓ ਕਿ ਰੌਣੀ ਸੀਗੀ, ਹਾਂਜੀ, ਚਾਰ ਦੀਵਾਰੀ ਕੀਤੀ ਹੋਈ ਸੀ ਅਤੇ ਜਿਹਦੇ ਅੰਦਰ 500 ਸਿੰਘ ਹੀ ਅਕਮੋਡੇਟ ਹੋ ਸਕਦੇ ਸੀ ਉਸ ਸਮੇਂ ਦੇ ਵਿੱਚ। ਉਸ ਸਮੇਂ ਦੇ ਸਾਡੇ ਜੱਸਾ ਸਿੰਘ ਆਹਲੂਵਾਲੀਆ ਜੀ ਹੁਣੀ ਅਤੇ ਹੋਰ ਜਿੰਨੇ ਵੀ ਸਰਦਾਰ ਸੀਗੇ, ਉਹਨਾਂ ਦੇ ਐਫਰਟਸ ਦੇ ਸਦਕਾ ਉਹ ਰੌਣੀ ਦਾ ਨਿਰਮਾਣ ਕੀਤਾ ਹੋਇਆ ਸੀ ਤਾਂ ਕਿ ਅਸੀਂ ਇੱਕ ਜਗ੍ਹਾ ਬੈਠ ਕੇ ਕਿਤੇ ਜੰਗ ਲੜ ਸਕੀਏ ਜੇਕਰ ਆਫਤ ਆਪਣੇ ਸਿੱਖਾਂ 'ਤੇ ਆਉਂਦੀ ਆ। ਅਤੇ ਜਦੋਂ ਲਾਹੌਰ ਦਰਬਾਰ ਵੱਲੋਂ ਸਿੱਖਾਂ ਦੀ ਘੇਰਾਬੰਦੀ ਕਰਾਈ ਜਾਂਦੀ ਆ, ਉੱਥੇ ਅਦੀਨਾ ਬੇਗ ਵਰਗਿਆਂ ਨੂੰ ਲਗਾਇਆ ਜਾਂਦਾ ਆ ਕਿ ਤੁਸੀਂ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਆ। ਸੋ ਉਹ ਘੇਰਾਬੰਦੀ ਕਾਫੀ ਲੰਬੇ ਸਮੇਂ ਤੱਕ ਚੱਲਦੀ ਆ ਤਾਂ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ। ਜਿੰਨੇ ਕੁ ਸਿੱਖ ਅੰਦਰ ਸ਼ਹਾਦਤ ਪ੍ਰਾਪਤ ਕਰ ਜਾਂਦੇ ਸੀਗੇ, ਉਨੇ ਕੁ ਸਿੰਘ ਬਾਹਰੋਂ ਬੇਲਿਆਂ 'ਚੋਂ ਆ ਕੇ ਉਹਨਾਂ ਨਾਲ ਰਲ ਜਾਂਦੇ ਸੀ। ਪਰ ਘੇਰਾਬੰਦੀ ਲੰਬਾ ਸਮਾਂ ਚੱਲਣ ਕਰਕੇ, ਮੁਗਲ ਫੌਜਾਂ ਜ਼ਿਆਦਾ ਹੋਣ ਕਰਕੇ, ਸੋ ਉਹ ਅੰਦਰ ਰਸਦ ਪਾਣੀ ਪਹੁੰਚਣ ਜੋ ਕਿ ਹਰ ਵਾਰ ਹਾਲਾਤ ਬਣਦੇ ਰਹੇ ਨੇ। ਸੋ ਉਹੀ ਹਾਲਾਤ ਉੱਥੇ ਬਣੇ ਹੋਏ ਸੀਗੇ, ਅੰਦਰ ਖਾਣ ਲਈ ਦਾਣਾ ਪਾਣੀ ਮੁੱਕ ਗਿਆ, ਘੋੜਿਆਂ ਲਈ ਘਾਹ ਪੱਠੇ ਮੁੱਕ ਗਏ। ਫਿਰ ਜਿਹੜੀ ਅਸੀਂ ਗੱਲ ਕਰਦੇ ਹਾਂ ਜੱਸਾ ਸਿੰਘ ਰਾਮਗੜੀਆ, ਉਹਨਾਂ ਦਾ ਨਾਮ ਰਾਮਗੜੀਆ ਵੀ ਇਸ ਰਾਮ
ਰਾਮ ਰੌਣੀ ਕਰਕੇ ਹੀ ਰਾਮਗੜੀਆ ਅੱਲ ਉਹਨਾਂ ਦੇ ਨਾਲ ਜੁੜਦੀ ਆ। ਜੀ। ਸੋ ਉਹ ਅਦੀਨਾ ਬੇਗ ਦੇ ਲਈ ਤਨਖਾਹ 'ਤੇ ਲੜ ਰਹੇ ਸੀਗੇ, ਨੌਕਰੀ ਕਰ ਰਹੇ ਸੀਗੇ। ਸੋ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਉਹਨਾਂ ਦੇ ਨਾਲ ਦੇ ਸਿੱਖ ਆਖਦੇ ਆ ਕਿ ਅੰਦਰ ਲਿਆਂਦੀ ਸਾਰ ਲਈ ਜਾਵੇ, ਜਦੋਂ ਉਹਨਾਂ ਨੂੰ ਉਹਨਾਂ ਦੇ ਜਕਾਰੇ ਸੁਣਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਅੰਦਰਲੇ ਸਿੱਖਾਂ ਨੇ ਅਰਦਾਸਾ ਸੋਧ ਦਿੱਤਾ ਆ ਕਿ ਹੁਣ ਅਸੀਂ ਇੱਕੋ ਵਾਰ ਬਾਹਰ ਜਾ ਕੇ ਲੜਾਂਗੇ ਅਤੇ ਸ਼ਹਾਦਤਾਂ ਪ੍ਰਾਪਤ ਕਰ ਲਾਂਗੇ। ਅਤੇ ਇਸ ਗੱਲ ਦਾ ਜਦੋਂ ਜੱਸਾ ਸਿੰਘ ਰਾਮਗੜੀਆ ਜੀ ਨੂੰ ਪਤਾ ਲੱਗਦਾ ਆ, ਉਹ ਆਪਣਾ ਅਦੀਨਾ ਬੇਗ ਦੇ ਨਾਲ ਹਿਸਾਬ ਕਿਤਾਬ ਪੂਰਾ ਕਰਕੇ ਅੰਦਰ ਸਿੱਖਾਂ ਨਾਲ ਜਾ ਰਲਦੇ ਆ ਜੀ। ਅਤੇ ਜਦੋਂ ਅੰਦਰ ਸਿੱਖ ਉਹ ਜਾ ਕੇ ਰਲਦੇ ਨੇ ਤਾਂ ਉਹਨਾਂ ਦਾ ਹੌਸਲਾ ਵੱਧ ਜਾਂਦਾ ਆ, ਪਰ ਅਦੀਨਾ ਬੇਗ ਦਾ ਹੌਸਲਾ ਘੱਟ ਜਾਂਦਾ ਆ। ਫਿਰ ਉੱਥੋਂ ਦੇ ਸਿੱਖ ਸੁਨੇਹਾ ਭੇਜਦੇ ਨੇ ਦੀਵਾਨ ਕੌੜਾ ਮੱਲ ਜੀ ਨੂੰ ਕਿ ਤੁਸੀਂ ਵੀ ਸਿੱਖ ਹੋ, ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਇਸ ਵੇਲੇ ਆਪਣੇ ਭਾਈਆਂ ਦੀ ਸਾਰ ਲੈਣਾ। ਫਿਰ ਜਦੋਂ ਦੀਵਾਨ ਕੌੜਾ ਮੱਲ ਜੀ ਨੂੰ ਸੁਨੇਹਾ ਭੇਜਦੇ ਆ ਅਤੇ ਉਹ ਆਪਣਾ ਵਾਹ ਵਾਸਤਾ ਲਗਾਉਣਾ ਸ਼ੁਰੂ ਕਰ ਦਿੰਦੇ ਆ ਕਿ ਕਿਸ ਤਰ੍ਹਾਂ ਇਸ ਘੇਰਾਬੰਦੀ ਨੂੰ ਹਟਾਇਆ ਜਾਵੇ। ਅਤੇ ਉਸੇ ਦੌਰਾਨ ਇੰਸੀਡੈਂਟ ਵਾਪਰਦਾ ਆ ਕਿ ਮੁਲਤਾਨ ਦੇ ਉੱਤੇ ਸ਼ਾਹ ਨਵਾਜ਼ ਖਾਨ ਹਮਲਾ ਕਰਕੇ ਕਾਬਜ਼ ਹੋ ਜਾਂਦਾ ਆ ਅਤੇ ਅਹਿਮਦ ਸ਼ਾਹ ਦੁਰਾਨੀ ਭਾਰਤ ਦੇ ਉੱਤੇ ਹਮਲੇ ਦੇ ਲਈ, ਦੂਜੇ ਹਮਲੇ ਦੇ ਲਈ ਇਹ ਤੁਰ ਪਿਆ ਹੁੰਦਾ ਆ। ਅਤੇ ਮੀਰ ਮੰਨੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਆ, ਉਹ ਥੋੜ੍ਹਾ ਪਜ਼ਲ ਹੋ ਜਾਂਦਾ ਹੈ ਕਿ ਉਹ ਆਪਣੇ ਜਿੰਨੇ ਵੀ ਸਲਾਹਕਾਰ ਆ ਉਹਨਾਂ ਨਾਲ ਸਲਾਹ ਕਰਦਾ ਆ। ਅਤੇ ਦੀਵਾਨ ਕੌੜਾ ਮੱਲ ਜੀ ਉਹਨਾਂ ਵਿੱਚੋਂ ਇੱਕ ਹੁੰਦੇ ਨੇ। ਦੀਵਾਨ ਕੌੜਾ ਮੱਲ ਜੀ ਮੌਕਾ ਦੇ ਕੇ ਮੀਰ ਮੰਨੂ ਨੂੰ ਸਲਾਹ ਦਿੰਦੇ ਨੇ ਕਿ ਜਿਹੜੀ ਅਸੀਂ ਰਾਮ ਰੌਣੀ ਨੂੰ ਘੇਰਾਬੰਦੀ ਕੀਤੀ ਹੋਈ ਆ, ਉਹ ਘੇਰਾਬੰਦੀ ਸਾਨੂੰ ਚੱਕ ਲੈਣੀ ਚਾਹੀਦੀ ਆ। ਅੱਛਾ। ਤਾਂ ਕਿ ਕਿਉਂਕਿ ਸਾਡੀਆਂ ਫੌਜਾਂ ਪਹਿਲਾਂ ਹੀ ਬਹੁਤ ਥੱਕ ਚੁੱਕੀਆਂ ਨੇ। ਸੋ ਸਾਡਾ ਅਹਿਮ ਇਸ ਵੇਲੇ ਸਾਡਾ ਬਣਦਾ ਆ ਕਿ ਅਸੀਂ ਮੁਲਤਾਨ ਅਤੇ ਅਹਿਮਦ ਸ਼ਾਹ ਦੁਰਾਨੀ ਵੱਲ ਧਿਆਨ ਦਈਏ। ਸੋ ਮੀਰ ਮੰਨੂ ਉਹਨਾਂ ਦੀ ਸਲਾਹ ਮੰਨਦਾ ਆ। ਬੇਸ਼ੱਕ ਉਸ ਸਮੇਂ ਦੇ ਜਿਹੜੇ ਹੋਰ ਸਲਾਹਕਾਰ ਸੀ ਉਹ ਇਸ ਦੇ ਖਿਲਾਫ ਸੀ, ਕਿਉਂਕਿ ਉਹ ਚਾਹੁੰਦੇ ਸੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ। ਪਰ ਉਹ ਮੀਰ ਮੰਨੂ ਆਖਦਾ ਹੈ ਕਿ ਦੀਵਾਨ ਕੌੜਾ ਮੱਲ ਜੀ ਨੇ ਅੱਜ ਤੱਕ ਹਕੂਮਤ ਦੇ ਹੱਕ ਦੀ ਗੱਲ ਕੀਤੀ ਹੈ, ਹਕੂਮਤ ਨੂੰ ਹਮੇਸ਼ਾ ਇਹਨਾਂ ਦੀ ਸਲਾਹ ਨਾਲ ਫਾਇਦਾ ਹੋਇਆ ਹੈ। ਸੋ ਇੱਕ ਪਾਸੇ ਉਹ ਹਕੂਮਤ ਦਾ ਵੀ ਫਾਇਦਾ ਕਰਦੇ ਨੇ ਅਤੇ ਦੂਜੇ ਪਾਸੇ ਆਪਣੇ ਸਿੱਖ ਭਾਈਆਂ ਦੀ ਵੀ ਮਦਦ ਕਰਦੇ ਨੇ। ਸੋ ਉਸ ਸਮੇਂ ਉਹਦੀ ਸਲਾਹ ਸਦਕਾ ਉਹ ਘੇਰਾਬੰਦੀ ਚੱਕੀ ਜਾਂਦੀ ਹੈ ਅਤੇ ਫੌਜਾਂ ਵਾਪਸ ਲਾਹੌਰ ਪਹੁੰਚ ਜਾਂਦੀਆਂ ਨੇ ਅਹਿਮਦ ਸ਼ਾਹ ਦੁਰਾਨੀ ਦੇ ਨਾਲ ਮੱਥਾ ਲਾਉਣ ਦੇ ਲਈ ਜਾਂ ਮੁਲਤਾਨ ਵੱਲ ਕੂਚ ਕਰਨ ਦੇ ਲਈ, ਮੁਲਤਾਨ ਜਿੱਤਣ ਲਈ। ਸੋ ਸਬੱਬ ਦੇਖ ਕੇ ਦੀਵਾਨ ਕੌੜਾ ਮੱਲ ਜੀ ਮੀਰ ਮੰਨੂ ਤੋਂ ਨਾਲ ਪ੍ਰਸਤਾਵ ਰੱਖਦੇ ਨੇ ਕਿ ਸਿੱਖਾਂ ਨੂੰ ਜਿਹੜੇ ਪੱਟੀ ਦੇ ਇਲਾਕੇ ਦਾ ਟੈਕਸ ਆਉਂਦਾ ਸੀ ਉਹਦਾ ਚੌਥਾ ਹਿੱਸਾ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸੋ ਜਿਹੜੀ ਪਹਿਲਾਂ ਜ਼ਮੀਨ ਵੀ ਗੁਰੂ ਰਾਮਦਾਸ ਜੀ ਦੇ ਵੇਲੇ ਖਰੀਦੀ ਹੋਈ ਹੁੰਦੀ ਆ, ਉਹ ਮੁੜ ਸਿੱਖਾਂ ਦੇ ਨਾਮ ਕਰ ਦਿੱਤੀ ਜਾਂਦੀ ਆ ਜੀ। ਅਤੇ ਉਸ ਤੋਂ ਉਪਰੰਤ ਦੀਵਾਨ ਕੌੜਾ ਮੱਲ ਜੀ ਨੂੰ ਅਸਾਈਨ ਕੀਤਾ ਜਾਂਦਾ ਆ ਮੁਲਤਾਨ ਦੇ ਲਈ। ਉਹ ਆਪ ਕਹਿ ਕੇ ਆਖਦੇ ਨੇ ਕਿ ਤੁਸੀਂ ਮੀਰ ਮੰਨੂ ਨੂੰ ਆਖਿਆ ਜਾਂਦਾ ਹੈ ਕਿ ਤੁਸੀਂ ਆਪਣਾ ਅਹਿਮਦ ਸ਼ਾਹ ਦੁਰਾਨੀ ਦੇ ਨਾਲ ਦਾ ਪਾਸਾ ਦੇਖੋ ਅਤੇ ਮੈਂ ਮੁਲਤਾਨ ਜਾ ਕੇ ਮੁਲਤਾਨ ਨੂੰ ਵਾਪਸ ਛੁਡਾਇਆ ਜਾਵੇ। ਅਤੇ ਜਦੋਂ ਥੋੜ੍ਹੀ ਜਿਹੀ ਫੌਜ ਲੈ ਕੇ, ਕਿਉਂਕਿ ਬਹੁਤੀ ਫੌਜ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਦੇ ਲਈ ਰੱਖ ਲਈ ਜਾਂਦੀ ਹੈ ਅਤੇ ਥੋੜ੍ਹੀ ਫੌਜ ਹੀ ਭੇਜੀ ਜਾਂਦੀ ਹੈ ਦੀਵਾਨ ਕੌੜਾ ਮੱਲ ਲਈ। ਅਤੇ ਜਦੋਂ ਦੀਵਾਨ ਕੌੜਾ ਮੱਲ ਮੁਲਤਾਨ ਪਹੁੰਚਦੇ ਨੇ, ਰਾਹ ਦੇ ਵਿੱਚ ਵੀ ਉਹਨਾਂ ਨਾਲ ਛੋਟੀਆਂ ਮੋਟੀਆਂ ਝੜਪਾਂ ਹੁੰਦੀਆਂ ਨੇ ਅਤੇ ਉੱਥੇ ਜਾ ਕੇ ਉਹਨਾਂ ਦਾ ਸਲਾਹਕਾਰ ਸਲਾਹ ਦਿੰਦਾ ਹੈ ਕਿ ਤੁਹਾਨੂੰ ਸਿੱਖਾਂ ਤੋਂ ਮਦਦ ਲੈਣੀ ਚਾਹੀਦੀ ਹੈ, ਕਿਉਂਕਿ ਉੱਥੇ ਦੀਵਾਨ ਕੌੜਾ ਮੱਲ ਜੀ ਦੇ ਹਾਲਾਤ ਬਹੁਤੇ ਵਧੀਆ ਨਹੀਂ ਹੁੰਦੇ। ਸੋ ਉਹ ਸਲਾਹ ਮੰਨਦੇ ਆਪਣੇ ਨੇੜਲਿਆਂ ਨੂੰ ਜੱਸਾ ਸਿੰਘ ਆਹਲੂਵਾਲੀਆ ਜੀ ਕੋਲ ਭੇਜਦੇ ਨੇ ਅਤੇ ਉਹਨਾਂ ਤੋਂ ਮਦਦ ਲਈ ਗੁਹਾਰ ਲਾਉਂਦੇ ਨੇ। ਇੱਥੇ ਇਹ ਆਪਣੇ ਆਪ ਦੇ ਵਿੱਚ ਵੀਰੇ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿੱਦਾਂ ਆਪਾਂ ਹੁਣੇ ਗੱਲ ਕਰ ਰਹੇ ਸੀ ਮੀਰ ਮੰਨੂ ਦੀ ਕਿ ਕਿਸ ਤਰੀਕੇ ਨਾਲ ਉਹਦਾ ਇੱਕ ਨਾਮ ਆਉਂਦਾ ਇਤਿਹਾਸ ਦੇ ਵਿੱਚ ਕਿ ਹਮੇਸ਼ਾ ਉਹ ਸਿੰਘਾਂ ਦਾ ਜਿਹੜਾ ਆ ਸਿੱਖਾਂ ਦਾ ਵੈਰੀ ਰਿਹਾ ਅਤੇ ਉਹ ਕਿਸ ਤਰੀਕੇ ਨਾਲ ਉਹਨੇ ਜ਼ੁਲਮ ਕੀਤੇ। ਪਰ ਜਦੋਂ ਤੁਸੀਂ ਕਿਹਾ ਕਿ ਉਹ ਫਿਰ ਦੀਵਾਨ ਕੌੜਾ ਮੱਲ ਜੀ ਜਿਹੜੇ ਆ ਜਦੋਂ ਮੁਲਤਾਨ ਵੱਲ ਨੂੰ ਰਵਾਨਾ ਹੁੰਦੇ ਅਤੇ ਉਹ ਸਿੱਖਾਂ ਨੂੰ ਆਵਾਜ਼ ਮਾਰਦੇ ਆ ਅਤੇ ਸਿੱਖ ਉਹਨਾਂ ਦੀ ਮਦਦ ਕਰਦੇ ਵੀ ਆ। ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਹੈ ਕਿ ਬੇਸ਼ੱਕ ਸਾਡਾ ਦੂਜੇ ਬੰਨੇ ਵੈਰੀ ਹੋਵੇ, ਪਰ ਕਿਉਂਕਿ ਦੀਵਾਨ ਕੌੜਾ ਮੱਲ ਜੀ ਹਮੇਸ਼ਾ ਸਿੱਖਾਂ ਦੇ ਪੱਖ 'ਚ ਖੜ੍ਹੇ ਅਤੇ ਪਰ ਸਿੱਖਾਂ ਨੇ ਜਦੋਂ ਉਹਨਾਂ ਨੂੰ ਲੋੜ ਪਈ ਸਿੱਖਾਂ ਦੀ, ਅਤੇ ਸਾਡੇ ਜਰਨੈਲਾਂ ਨੇ ਇਹ ਨਹੀਂ ਵੇਖਿਆ ਕਿ ਐਟ ਦਾ ਐਂਡ ਅਸੀਂ ਮੀਰ ਮੰਨੂ ਦੀ ਮਦਦ ਕਰ ਰਹੇ ਹਾਂ, ਪਰ ਉਹਨਾਂ ਲਈ ਸਿਰਫ ਦੀਵਾਨ ਕੌੜਾ ਮੱਲ ਜੀ ਦੀ ਉਹ ਕਾਲ ਜਿਹੜੀ ਉਹ ਵੱਡੀ ਸੀ ਕਿ ਤੁਸੀਂ ਆਓ ਅਤੇ ਮੇਰੀ ਮਦਦ ਕਰੋ। ਇੱਥੇ ਮੈਂ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇੱਥੇ ਸਾਨੂੰ ਸਿੱਖਾਂ ਨੂੰ ਇੱਕ ਚੀਜ਼ ਸਿੱਖਣੀ ਚਾਹੀਦੀ ਆ ਕਿ ਸਾਨੂੰ ਪੋਲੀਟੀਕਲੀ ਸਟਰੋਂਗ ਹੋਣ ਦੀ ਲੋੜ ਆ। ਅਸੀਂ ਜ਼ਰੂਰ ਗੱਲ ਕਰਦੇ ਹਾਂ ਕਿ ਸਟੈਬਲਿਸ਼ਮੈਂਟ ਸਾਡੇ ਖਿਲਾਫ ਭੁਗਤਦੀ ਆ, ਪਰ ਸਾਡਾ ਕਦੋਂ ਫਰਜ਼ ਬਣਦਾ ਆ ਐਸਟੈਬਲਿਸ਼ਮੈਂਟ ਦੇ ਨਾਲ ਜਾ ਕੇ ਖੜ੍ਹਨ ਦਾ, ਇਹ ਫੈਸਲਾ ਬਹੁਤ ਅਹਿਮ ਹੁੰਦਾ ਆ। ਜਿਹੜੇ ਸਾਡੇ ਜਥੇਦਾਰ ਨੇ ਜਾਂ ਸਾਡੇ ਆਗੂਆਂ ਦਾ ਰੋਲ ਅਦਾ ਕਰ ਰਹੇ ਨੇ, ਉਹਨਾਂ 'ਤੇ ਸਾਨੂੰ ਭਰੋਸਾ ਵੀ ਰੱਖਣਾ ਚਾਹੀਦਾ ਆ। ਬੇਸ਼ੱਕ ਅੱਜ ਦੇ ਆਗੂ ਥੋੜ੍ਹੇ ਕਰਪਟ ਹੋ ਗਏ ਨੇ,
ਪਰ ਸਾਨੂੰ ਇਸ ਚੀਜ਼ 'ਤੇ ਪੋਲੀਟੀਕਲੀ ਸਟਰੋਂਗ ਹੋਣ ਦੀ ਲੋੜ ਆ ਕਿ ਸਾਨੂੰ ਦੇਖਣ ਦੀ ਲੋੜ ਆ ਕਿ ਸਮਾਂ ਕਿਹੜਾ ਚੱਲ ਰਿਹਾ ਹੈ। ਬਿਲਕੁਲ, ਕਿਉਂਕਿ ਆਪਾਂ ਪਿਛਲੀ ਕਿਸ਼ਤ 'ਚ ਵੀ ਇਹ ਗੱਲ ਕੀਤੀ ਸੀ, ਪਿਛਲੇ ਐਪੀਸੋਡ 'ਚ, ਕਿ ਸਾਡੇ ਜਰਨੈਲਾਂ ਦੀ ਜਿਹੜੀ ਮੁਹਾਰਤ ਵੀ ਇਹ ਹੀ ਸੀ ਕਿ ਉਹ ਜਿੰਨੇ ਖੰਡੇ ਦੇ ਤਕੜੇ ਸੀ, ਖੰਡੇ ਦੇ ਮਾਹਰ ਸੀਗੇ, ਮੈਦਾਨੇ ਜੰਗ ਹੀ ਤਕੜੇ ਸੀ, ਉਹਨੇ ਉਹ ਟੇਬਲ ਟਾਕ 'ਤੇ ਵੀ ਤਕੜੇ ਸੀ। ਇਸੇ ਕਰਕੇ ਜਦੋਂ ਸ਼ਾਹ ਆਲਮ ਨੂੰ, ਦਿੱਲੀ ਦੇ ਬਾਦਸ਼ਾਹ ਨੂੰ ਉਹਨਾਂ ਦੀ ਲੋੜ ਪੈਂਦੀ ਤਾਂ ਉਹਦੀ ਮਦਦ ਲਈ ਜਾਂਦੇ ਆ। ਇਸੇ ਤਰੀਕੇ ਨਾਲ ਜਦੋਂ ਦੀਵਾਨ ਕੌੜਾ ਮੱਲ ਜੀ ਨੇ ਸਿੰਘਾਂ ਨੂੰ ਆਵਾਜ਼ ਮਾਰੀ ਤੇ ਉਹ ਆਪਣੀਆਂ ਸ਼ਰਤਾਂ ਤੇ ਉਹਨਾਂ ਦੀ ਮਦਦ ਕਰਨ ਵੀ, ਮੀਰ ਮੰਨੂ ਦੀ ਮਦਦ ਕਰਨ ਲਈ ਵੀ ਗਏ। ਜੀ ਬਿਲਕੁਲ, ਤੁਸੀਂ ਜਦੋਂ ਤੁਹਾਡੀ ਲੋੜ ਇਸਟੈਬਲਿਸ਼ਮੈਂਟ ਨੂੰ ਪੈਂਦੀ ਆ ਜਾਂ ਕਿਸੇ ਧਿਰ ਨੂੰ, ਇੱਕ ਵੱਡੀ ਧਿਰ ਨੂੰ ਪੈਂਦੀ ਆ, ਤੁਸੀਂ ਆਪਣੇ ਨੋਰਮਸ ਰੱਖ ਸਕਦੇ ਹੋ। ਬਿਲਕੁਲ ਹੈ ਨਾ, ਉਹਨਾਂ ਦੇ ਸ਼ਰਤਾਂ ਦੇ ਉੱਤੇ ਤੁਸੀਂ ਜਾ ਸਕਦੇ ਹੋ। ਅਤੇ ਉਹ ਸਿਚੁਏਸ਼ਨ ਵੀ ਇੱਦਾਂ ਦੀ ਹੁੰਦੀ ਹੈ ਕਿ ਸਰਕਾਰ ਨੂੰ ਤੁਹਾਡੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਨੇ। ਸੋ ਇਸ ਲਈ, ਕਿਉਂਕਿ ਤੁਹਾਨੂੰ ਆਪਣਾ ਸਟੈਂਡ ਜ਼ਿੰਦਗੀ ਭਰ ਕਾਇਮ ਰੱਖਣਾ ਚਾਹੀਦਾ ਆ, ਤਾਂ ਕਿ ਤੁਸੀਂ ਸਟੈਂਡ 'ਤੇ ਰਹੋਗੇ, ਤਾਂ ਕਿ ਤੁਹਾਨੂੰ ਇਸਟੈਬਲਿਸ਼ਮੈਂਟ ਨੂੰ ਤੁਹਾਡੀ ਲੋੜ ਪੈਂਦੀ ਰਹੇ, ਤਾਂ ਕਿ ਤੁਸੀਂ ਆਪਣੀਆਂ ਸ਼ਰਤਾਂ ਮਨਵਾਉਂਦੇ ਰਹੋ। ਜਿੰਨਾ ਚਿਰ ਤੁਸੀਂ ਇੱਕ ਜੰਗ ਲੜ ਰਹੇ ਹੋ, ਜਿੰਨਾ ਚਿਰ ਤੁਹਾਡੇ ਕੋਲ ਬੈਠਣ ਨੂੰ ਜਗ੍ਹਾ ਨਹੀਂ ਹੈ। ਸੋ ਉੱਥੇ ਹੀ ਮੈਂ ਗੱਲ ਅੱਗੇ ਤੋਰਦਾ ਹਾਂ ਕਿ ਜਦੋਂ ਦੀਵਾਨ ਕੌੜਾ ਮੱਲ ਜੀ, ਆਹਲੂਵਾਲੀਆ ਜੀ ਹੁਣੀ, ਜੱਸਾ ਸਿੰਘ ਆਹਲੂਵਾਲੀਆ ਜੀ ਹੁਣੀ ਜਦੋਂ ਐਗਰੀ ਕਰ ਜਾਂਦੇ ਨੇ, ਸੋ ਉੱਥੇ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਕਿੰਨੇ ਇੱਕ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਣਾ ਸੀਗਾ। ਐਗਰੀਮੈਂਟ ਹੁੰਦਾ ਹੈ ਕਿ ਕਿੰਨੇ ਪੈਸੇ ਸਰਕਾਰ ਵੱਲੋਂ ਪੇ ਕੀਤੇ ਜਾਣਗੇ ਜੰਗ ਲੜਨ ਦੇ। ਸੋ ਉਸ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ ਜੀ 10,000 ਦੀ ਫੌਜ ਲੈ ਕੇ ਮੁਲਤਾਨ ਵੱਲ ਕੂਚ ਕਰਦੇ ਨੇ ਦੀਵਾਨ ਕੌੜਾ ਮੱਲ ਜੀ ਦੀ ਮਦਦ ਕਰਨ ਦੇ ਲਈ। ਅਤੇ ਰਸਤੇ ਦੇ ਵਿੱਚ ਦੀਵਾਨ ਕੌੜਾ ਮੱਲ ਜੀ ਅੱਗੇ ਆ ਕੇ ਉਹਨਾਂ ਨੂੰ ਰਿਸੀਵ ਕਰਨ ਆਉਂਦੇ ਨੇ। ਉਸ ਦੌਰਾਨ ਉਹ ਆਪਣੇ ਨਿਹੰਗ ਸਿੰਘ ਫੌਜਾਂ ਦੀ ਬਹੁਤ ਸੇਵਾ ਕਰਦੇ ਨੇ, ਅਤੇ ਨਿਹੰਗ ਸਿੰਘ ਫੌਜਾਂ ਉਹਨਾਂ ਦੀ ਸੇਵਾ ਦੇਖ ਕੇ ਉਹਨਾਂ ਦਾ ਨਾਮ ਕੌੜਾ ਮੱਲ ਤੋਂ ਮਿੱਠਾ ਮੱਲ ਕਹਿ ਕੇ ਸੰਬੋਧਿਤ ਕਰਦੇ ਨੇ। ਅਤੇ ਇਸੇ ਦੌਰਾਨ ਦੀਵਾਨ ਕੌੜਾ ਮੱਲ ਜੀ ਇਹ ਵੀ ਪ੍ਰਣ ਕਰਦੇ ਨੇ ਕਿ ਮੈਂ ਨਨਕਾਣਾ ਸਾਹਿਬ, ਜੋ ਕਿ ਜੱਸਾ ਸਿੰਘ ਆਹਲੂਵਾਲੀਆ ਜੀ ਵੱਲੋਂ ਆਖਿਆ ਹੁੰਦਾ ਹੈ ਕਿ ਮੈਂ ਨਨਕਾਣਾ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਉਸਾਰੀ ਕਰਵਾਵਾਂਗਾ ਇਸ ਜੰਗ ਤੋਂ ਬਾਅਦ। ਸੋ ਜੋ ਕਿ ਉਹ ਕਰਵਾਉਂਦੇ ਵੀ, ਹਾਂਜੀ, 3 ਲੱਖ ਦਾ ਖਰਚਾ ਕਰਕੇ ਇੱਕ ਤਲਾਬ, ਸਰੋਵਰ, ਸੋ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਵੀ ਕਰਵਾਈ ਜਾਂਦੀ ਹੈ। ਪਰ ਉਸ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਦੀਵਾਨ ਕੌੜਾ ਮੱਲ ਜੀ ਹੁਣਾਂ ਦੀ ਮਦਦ ਕੀਤੀ ਜਾਂਦੀ ਹੈ, ਅਤੇ ਉਸ ਜੰਗ ਵਿੱਚ ਗੁਰੂ ਮਹਾਰਾਜ ਜੀ ਫਤਿਹ ਵੀ ਬਖਸ਼ਦੇ ਨੇ। ਕਿਉਂਕਿ ਉਸ ਤੋਂ ਬਾਅਦ ਦੀਵਾਨ ਕੌੜਾ ਮੱਲ ਦੀ ਬਹੁਤ ਉਪਮਾ ਹੁੰਦੀ ਹੈ, ਬਹੁਤ ਬੱਲੇ ਬੱਲੇ ਹੁੰਦੀ ਹੈ ਮੀਰ ਮੰਨੂ ਦੇ ਦਰਬਾਰ ਦੇ ਵਿੱਚ, ਕਿਉਂਕਿ ਉਹਨਾਂ ਨੇ ਉਹ ਮੁਲਤਾਨ ਫਤਿਹ ਕਰ ਲਿਆ ਸੀ। ਜੀ ਬਿਲਕੁਲ। ਸੋ ਆਪਣੇ ਆਪ ਦੇ ਵਿੱਚ ਜਿਹੜੀ ਦੀਵਾਨ ਕੌੜਾ ਮੱਲ ਹੋਣਾ ਦਾ ਜਿਹੜਾ ਜੀਵਨ ਆ, ਇਹ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਆ ਸਾਡੇ ਜਰਨੈਲਾਂ ਦਾ। ਜਿੱਦਾਂ ਆਪਾਂ ਪਿਛਲੀ ਐਪੀਸੋਡ 'ਚ ਵੀ ਗੱਲ ਕੀਤੀ, ਅਤੇ ਸੇਮ ਗੱਲਬਾਤ ਇਸੇ ਐਪੀਸੋਡ 'ਚ ਬਾਹਰ ਆਈ ਹੈ ਕਿ ਹਮੇਸ਼ਾ ਸਾਡੇ ਜਿਹੜੇ ਜਰਨੈਲ ਆ ਉਹ ਟੇਬਲ ਟਾਕ 'ਤੇ ਵੀ ਉਨੇ ਹੀ ਤਕੜੇ ਰਹੇ ਜਿੰਨਾ ਉਹ ਜੰਗੇ ਮੈਦਾਨ ਦੇ ਵਿੱਚ ਤਕੜੇ ਰਹੇ ਆ। ਜਦੋਂ ਵੀ ਕਿਸੇ ਦੀ ਮਦਦ ਲਈ ਗਏ ਆ, ਅਤੇ ਆਪਣੀਆਂ ਸ਼ਰਤਾਂ 'ਤੇ ਗਏ ਆ, ਅਤੇ ਆਪਣੀਆਂ ਸ਼ਰਤਾਂ ਮਨਵਾ ਕੇ ਗਏ ਆ। ਫਿਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਬਾਲ ਲੀਲਾ ਗੁਰੂ ਘਰ ਦੀ ਉਸਾਰੀ ਵੀ ਜਿਹੜੀ ਆ ਦੀਵਾਨ ਕੌੜਾ ਮੱਲ ਹੋਣਾ ਵੱਲੋਂ ਕੀਤੀ ਗਈ। ਇਹ ਤੋਂ ਇਲਾਵਾ ਜੇਕਰ ਤੁਸੀਂ ਇੰਸੀਡੈਂਟ ਕੋਈ ਸ਼ੇਅਰ ਕਰਨਾ ਚਾਹੋ ਕਰ ਸਕਦੇ ਹੋ, ਕਿਉਂਕਿ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਤਕਰੀਬਨ ਫਿਨਿਸ਼ ਹੋਣ ਵਾਲਾ ਹੈ ਜੀ। ਇਹਨਾਂ ਦੇ ਜੀਵਨ ਕਾਲ ਦੇ ਵਿੱਚ, ਜਿੱਦਾਂ ਮੈਂ ਦੱਸਿਆ ਕਿ ਇਹਨਾਂ ਦਾ ਨਾਮ ਦੀਵਾਨ ਕੌੜਾ ਮੱਲ ਤੋਂ ਮਿੱਠਾ ਮੱਲ ਨਿਹੰਗ ਸਿੰਘਾਂ ਫੌਜਾਂ ਵੱਲੋਂ ਕਰ ਦਿੱਤਾ ਜਾਂਦਾ ਹੈ। ਸੋ ਹੋਰ ਇੰਸੀਡੈਂਟ ਇਹਨਾਂ ਦੇ ਥਰੂ ਆਊਟ ਲਾਈਫ ਦੇ ਵਿੱਚ ਚੱਲਦੇ ਆਏ ਆ। ਉਹਨਾਂ ਦੇ ਵਿੱਚ ਬੇਸ਼ੱਕ ਜੰਮੂ ਕਸ਼ਮੀਰ ਦੀਆਂ ਜੰਗਾਂ ਹੋਣ, ਉੱਥੇ ਵੀ ਇਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿੱਤ ਦਿਵਾਈ। ਬਹੁਤ ਹੀ ਦਲੇਰੀ ਦੇ ਨਾਲ ਸਾਰੀਆਂ ਮੁਹਿੰਮਾਂ ਦੇ ਵਿੱਚ ਅੱਗੇ ਹੋ ਕੇ ਲੜਦੇ ਰਹੇ ਨੇ। ਸੋ ਜਦੋਂ ਸਿੱਖਾਂ 'ਤੇ ਭਾਰੀ ਪਈ ਆ, ਉਦੋਂ ਇਹਨਾਂ ਨੇ ਅੱਗੇ ਹੋ ਕੇ ਕੋਈ ਕਸਰ ਨਹੀਂ ਛੱਡੀ ਕਿ ਸਿੱਖਾਂ ਦੀ ਮਦਦ ਕਰਦੇ ਰਹੇ ਨੇ। ਇਸੇ ਦੇ ਨਾਲ ਮੈਂ ਇਹ ਕਹਿਣਾ ਜ਼ਰੂਰ ਚਾਹੂੰਗਾ ਆਪਣੇ ਸਰੋਤਿਆਂ ਨੂੰ ਕਿ ਇਹਨਾਂ ਦੇ ਜੀਵਨ ਤੋਂ ਸਾਨੂੰ ਇਹੀ ਸੇਧ ਮਿਲਦੀ ਆ ਕਿ ਸਾਨੂੰ ਉਸ ਸਮੇਂ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਸਾਨੂੰ ਪੋਲੀਟੀਕਲੀ ਸਟਰੋਂਗ ਹੋਣ ਦੀ ਬਹੁਤ ਲੋੜ ਆ। ਬਿਲਕੁਲ। ਅਸੀਂ ਆਖਦੇ ਹਾਂ ਨਾ, ਅਕਸਰ ਆਖ ਦਿੰਦੇ ਹਾਂ ਕਿ ਕਾਂਟਾ ਮਾਰਤਾ, ਕਿਸੇ ਬੰਦੇ ਦਾ ਕਾਂਟਾ ਮਾਰਤਾ। ਪਰ ਜੇਕਰ ਅਸੀਂ ਇਤਿਹਾਸ 'ਚ ਝਾਤ ਮਾਰਦੇ ਹਾਂ ਕਿ ਤੁਹਾਨੂੰ ਦੇਖਣਾ ਪਏਗਾ ਕਿ ਤੁਹਾਨੂੰ ਆਪਣੀਆਂ ਸ਼ਰਤਾਂ 'ਤੇ, ਆਪਣੇ ਸਿਧਾਂਤ ਨਾਲ ਕੋਈ ਤੁਸੀਂ ਕੰਪਰੋਮਾਈਜ਼ ਨਹੀਂ ਕਰਨਾ। ਤੁਸੀਂ ਸ਼ਰਤਾਂ ਦੇ ਉੱਤੇ ਕਿਸੇ ਦੀ ਮਦਦ ਲਈ ਜਾ ਵੀ ਸਕਦੇ ਹੋ। ਸਿਚੁਏਸ਼ਨ ਕੀ ਹੈ, ਸਿਚੁਏਸ਼ਨ 'ਤੇ ਡਿਪੈਂਡ ਜ਼ਰੂਰ ਕਰਦਾ। ਸੋ ਬਿਲਕੁਲ ਜੀ, ਜਿੱਦਾਂ ਅਸੀਂ ਪਿਛਲੀ ਵਾਰ ਵੀ ਗੱਲ ਕਰ ਰਹੇ ਸੀ ਕਿ ਤਾਂ ਕਰਕੇ ਜਿਹੜਾ ਆ ਸਾਨੂੰ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ
ਇਤਿਹਾਸ ਦੇ ਜੋ ਕੁਝ ਵਾਪਰਿਆ ਹੁੰਦਾ ਉਹ ਹਮੇਸ਼ਾ ਕੋਈ ਨਾ ਕੋਈ ਮੈਸੇਜ ਜਾਂ ਕੋਈ ਨਾ ਕੋਈ ਸਾਨੂੰ ਸੇਧ ਦੇ ਕੇ ਜਾਂਦਾ। ਅਤੇ ਇਹ ਜਿਹੜੇ ਜਰਨੈਲ ਹੈ ਜਿਨ੍ਹਾਂ ਦੀ ਗੱਲ ਅਸੀਂ ਹਰ ਵਾਰ ਕਰਦੇ ਹਾਂ, ਇਹਨਾਂ ਦੇ ਜੀਵਨ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ। ਅਤੇ ਇਹਦੇ ਨਾਲ ਹੀ ਜਿਹੜਾ ਸਾਡਾ ਪ੍ਰੋਗਰਾਮ ਦਾ ਸਮਾਂ ਆ ਉਹ ਤਕਰੀਬਨ ਫਿਨਿਸ਼ ਹੋ ਚੁੱਕਾ, ਪਰ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦੇ ਲੱਗ ਰਿਹਾ ਇਹਦੀ ਫੀਡਬੈਕ ਜ਼ਰੂਰ ਸਾਨੂੰ ਦਿਓ, ਕਿਉਂਕਿ ਜਿੱਦਾਂ ਅਸੀਂ ਗੱਲ ਕਰਦੇ ਹੁੰਦੇ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਸੇਵਾ ਦੇ ਵਿੱਚ ਹਿੱਸਾ ਪਾਈਏ ਕਿ ਜਿਹੜੀ ਨਵੀਂ ਪੀੜ੍ਹੀ ਸਾਡੀ ਇਤਿਹਾਸ ਤੋਂ ਮੁਨਕਰ ਹੁੰਦੀ ਜਾ ਰਹੀ ਆ ਉਹਨੂੰ ਅਸੀਂ ਇਤਿਹਾਸ ਨਾਲ ਜੋੜਨ ਲਈ ਆਪਣੀ ਜਿਹੜੀ ਸੇਵਾ ਆ ਉਹ ਨਿਭਾਉਂਦੇ ਰਹੀਏ। ਬਹੁਤ ਜਲਦੀ ਅਸੀਂ ਇੱਕ ਹੋਰ ਜਰਨੈਲ ਦੀ ਇੱਕ ਹੋਰ ਇਤਿਹਾਸਿਕ ਹਸਤੀ ਦੀ ਗੱਲਬਾਤ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ, ਪਰ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਇਓ। ਅਤੇ ਹੁਣ ਮੈਨੂੰ ਅਤੇ ਮੇਰੇ ਵੀਰ ਗੁਰਸੇਵਕ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।